कि ਜਿਹੜੀ ਕੌਮ ਇਸ ਸਾਰੇ ਨੂੰ ਲੀਡ ਕਰ ਰਹੀ ਹੈ ਔਰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਭਾਈ ਇਹ ਵਾਕਿਆ ਜਦੋਂ ਦਾ ਇਹ ਸਾਰਾ ਚੱਲਿਆ ਹੈ ਜੇ 700 ਤੋਂ 900 ਤੱਕ ਜਿਹੜੀਆਂ ਕੁਰਬਾਨੀਆਂ ਦੀ ਗੱਲ ਹੁੰਦੀ ਹੈ ਵੀ ਇਹਨਾਂ ਚੋਂ 96% ਸਿੱਖ ਹੀ ਕਿਉਂ ਨੇ। ਹੋਮ ਮਿਨਿਸਟਰ ਮਿਨਿਸਟਰ ਆਫ ਸਟੇਟ ਡਿਪਟੀ ਹੋਮ ਮਿਨਿਸਟਰ ਦਾ ਮੁੰਡਾ ਗੱਡੀ ਚੜਾ ਕੇ ਮਾਰ ਦਿੰਦਾ ਹੈ। ਹੁਣ ਤੁਸੀਂ ਉਸ ਫੌਜੀ ਬੇਟੇ ਤੋਂ ਜਿਹੜਾ ਜ਼ਾਹਰ ਹੈ ਚੀਨ ਦੀ ਸਰਹੱਦ ਨਾਲ ਹੀ ਉਹਨੇ ਆਪਣਾ ਡੈਸਟੀਨੇਸ਼ਨ ਡਿਸਕਲੋਜ਼ ਨਹੀਂ ਕੀਤੀ, ਉੱਥੇ ਪੋਸਟਡ ਹੈ, ਉੱਥੋਂ ਆਇਆ ਔਰ ਉਹਦੇ ਕਿਵੇਂ ਉਹ ਲੜੇਗਾ ਉਸ ਮੁਲਕ ਦੇ ਲਈ। ਦੁੱਖ ਦੀ ਗੱਲ ਇਹ ਹੈ ਕਿ ਇਹ ਹੋਮ ਮਿਨਿਸਟਰ ਉਸੇ ਹਲਕੇ ਨੂੰ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕਰਦਾ ਅਜੇ ਮਿਸ਼ਰਾ, ਜਿਹੜਾ ਕਿ ਇਸ ਵੇਲੇ ਜਿਹਦਾ ਮੁੰਡਾ ਆਸ਼ੀਸ਼ ਮਿਸ਼ਰਾ ਅਟੈਕ ਕਰ ਰਿਹਾ ਫੰਕਸ਼ਨ ਦੇ ਵਿੱਚ ਆਇਆ ਔਰ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਔਰ ਉਹ ਆਪਣੀ ਵਹੀਕਲ ਚੋਂ ਉਹਦਾ ਸ਼ੀਸ਼ਾ ਥੱਲੇ ਕਰਕੇ ਐ ਕਰਕੇ ਉਹਨਾਂ ਨੂੰ ਜਿਹੜਾ ਉਹ ਡਿਚ ਕਰ ਰਿਹਾ ਹੈ ਔਰ ਉਹਦੇ ਚੋਂ ਕਹਿ ਰਿਹਾ ਧਮਕਾ ਕੇ ਇਸੇ ਹਲਕੇ ਨੂੰ ਲਖੀਮਪੁਰ ਖੀਰੀ ਨੂੰ ਉਹ ਪਾਰਲੀਮੈਂਟ 'ਚ ਰਿਪਰੈਜ਼ੈਂਟ ਕਰਦਾ ਹੈ। ਉਹ ਕਹਿ ਰਿਹਾ ਕਿ ਵੀ ਇਹ ਮੈਂ ਅੱਜ ਭਾਵੇਂ ਮਿਨਿਸਟਰ ਹਾਂ ਜਾਂ MP ਹਾਂ ਪਰ ਇਹਨਾਂ ਸਭ ਨੂੰ ਪਤਾ ਹੋਣਾ ਚਾਹੀਦਾ ਮੈਂ ਕੌਣ ਹੈ ਔਰ ਇਹ ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ। ਫਿਰ ਉਹ ਕਹਿ ਰਿਹਾ ਕਿ ਇਹਨਾਂ ਨੂੰ ਅਸੀਂ ਲਖੀਮਪੁਰ ਟੀਰੀ ਤੋਂ ਭੱਜਣ ਤੇ ਮਜਬੂਰ ਕਰ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 4 अक्तूबर 2021 20 नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅੱਜ ਮੰਡੇ ਦਾ ਦਿਨ ਹੈ, ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਾਹਿਗੁਰੂ ਅੱਗੇ ਅਰਦਾਸ ਤੇ ਦੁਆ ਬੇਨਤੀ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ, ਜਿਉਂਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਅਤੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਜਥੇਬੰਦੀਆਂ ਨੂੰ ਕੌਮੀ ਕਾਰਜਾਂ ਦੀ ਪੂਰਤੀ ਲਈ ਸਾਧਨਾਂ ਦੀ ਖਾਸੀ ਲੋੜ ਹੈ। ਸੋ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਪਹਿਚਾਨੀਏ ਅਤੇ ਆਪਣਾ ਯੋਗਦਾਨ ਪਾਈਏ। ਸਿੱਖ ਵਿਰੋਧੀ ਕਾਰਵਾਈਆਂ ਨੂੰ ਪਹਿਚਾਨੀਏ ਤੇ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਮਦਦ ਕਰੀਏ। ਸਿੱਖਾਂ ਦੇ ਹੱਕ ਵਿੱਚ ਆਵਾਜ਼ ਚੱਕਣ ਵਾਲਿਆਂ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਜਾ ਸਕਦਾ। ਸੋ ਸਿੱਖ ਨੈਸ਼ਨਲਿਜ਼ਮ ਅਤੇ ਟੈਰਰਿਜ਼ਮ ਦਾ ਲੇਬਲ ਨਹੀਂ ਲਾਇਆ ਜਾ ਸਕਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਵਿਊਅਰਸ ਉਹ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰੰਟ ਇਸ਼ੂ ਤੇ ਵੀਕਐਂਡ ਦੇ ਜਿਹੜੇ ਇਸ਼ੂ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਜਾਏਗੀ ਔਰ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਬੜੀ ਹੀ ਦੁਖਦਾਈ ਜਿਹੜੀ ਹੈ ਘਟਨਾ ਜਿਹੜੀ ਵਾਪਰੀ ਯੂਪੀ ਦੇ ਵਿੱਚ। ਉਸ ਦੇ ਵਿੱਚ ਜਿਸ ਤਰ੍ਹਾਂ ਕਿ ਨਾਜ਼ੀ ਤਰਜੀ ਜਿਹੜੀ ਮੋਦੀ ਹੁਕੂਮਤ ਹੁਣ ਸਰੇਆਮ ਜਿਹੜਾ ਗੁੰਡਾਗਰਦੀ ਤੇ ਉਤਰ ਆਈ ਹੈ। ਸੋ ਦਿੱਲੀ ਵਿੱਚ ਪਿਛਲੇ ਲਗਭਗ 10 ਮਹੀਨੇ ਤੋਂ ਕਿਸਾਨਾਂ ਦੀ ਜਿਹੜਾ ਘੇਰੇਬੰਦੀ ਅਤੇ ਮੋਦੀ ਦੇ ਫਲॉप ਅਮਰੀਕੀ ਦੌਰੇ ਨੇ ਹਿੰਦੂਤਵੀਆਂ ਦੀ ਜਿਹੜੀ ਬੇਚੈਨੀ ਵਿੱਚ
ਵਾਧਾ ਕਰ ਦਿੱਤਾ ਹੈ। ਸੋ ਸਿੱਖ ਕੌਮ ਜਿਹੜੀ ਹਿੰਦੂ ਤਵੀਆਂ ਦੀਆਂ ਜਿਹੜੀਆਂ ਅੱਖਾਂ ਵਿੱਚ ਪਹਿਲਾਂ ਹੀ ਰੜਕਦੀ ਹੈ, ਸੋ ਹੁਣ ਹਿੰਦੂ ਤਵੀ ਗੁੰਡਿਆਂ ਦੇ ਸਿੱਧੇ ਨਿਸ਼ਾਨੇ ਤੇ ਹੈ। ਸੋ ਯੂਪੀ ਦੇ ਲਖੀਮਪੁਰ ਖੀਰੀ ਵਿੱਚ 4 ਸਿੱਖ ਕਿਸਾਨਾਂ ਨੂੰ ਕੇਂਦਰੀ ਵਜ਼ੀਰ ਦੇ ਜਿਹੜੇ ਡਿਪਟੀ ਗ੍ਰਹਿ ਮੰਤਰੀ ਦੇ ਮੁੰਡੇ ਵੱਲੋਂ ਕਾਰ ਚੜਾ ਕੇ ਮਾਰਨਾ ਤੇ ਦਰਜਨਾਂ ਹੋਰਨਾਂ ਨੂੰ ਜ਼ਖਮੀ ਕਰਨਾ, ਇਹ ਬੀਜੇਪੀ ਦਾ ਸਿੱਖਾਂ ਦੇ ਖਿਲਾਫ ਇੱਕ ਡਾਇਰੈਕਟ ਐਕਸ਼ਨ ਹੈ। ਸੋ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਜਾਵਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਗੰਭੀਰ ਖਬਰ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅਕਤੂਬਰ ਦਾ ਸਾਡਾ ਪਹਿਲਾ ਸ਼ੋਅ ਹੈ, ਅਕਤੂਬਰ ਮਹੀਨਾ, ਔਰ ਪਹਿਲਾਂ ਤਾਂ ਨਹੀਂ ਹੈ ਸ਼ਾਇਦ ਅਕਤੂਬਰ ਫਸਟ ਅਸੀਂ ਕਰ ਲਿਆ ਸੀ, ਲੇਕਿਨ ਜਦੋਂ ਅਸੀਂ ਵੀਕਐਂਡ ਤੋਂ ਬਾਅਦ ਆਉਂਦੇ ਹਾਂ ਤਾਂ ਏਦਾਂ ਹੀ ਲੱਗਦਾ ਪਹਿਲਾਂ ਹੀ। ਕਾਫੀ ਦੁਖਦਾਈ ਰਿਹਾ ਇਹ ਵੀਕਐਂਡ, ਜਿੱਥੇ ਇੱਕ ਪਾਸੇ ਦੁਨੀਆ ਭਰ 'ਚ ਜਿਹੜਾ ਵੀ ਆਪਣੀ ਧਰਤੀ ਨੂੰ ਪਿਆਰ ਕਰਦਾ ਹੈ, ਆਪਣੀ ਜ਼ਮੀਨ ਨਾਲ ਜੁੜਿਆ ਹੋਇਆ ਹੈ, ਆਪਣੇ ਲੋਕਾਂ ਨਾਲ ਜੁੜਿਆ ਹੋਇਆ ਹੈ, ਉਸ ਦੀਆਂ ਅੱਖਾਂ ਲਖੀਮਪੁਰ ਖੀਰੀ, ਸੈਂਟਰਲ ਯੂਪੀ। ਇੱਕ ਪਾਸੇ ਹੁਣ ਤੱਕ ਕਿਸਾਨ ਮੋਰਚੇ ਦਾ ਫੋਕਸ ਜਾਂ ਪੰਜਾਬ ਹਰਿਆਣਾ ਤਾਂ ਰਿਹਾ ਹੀ, ਤੇ ਦਿੱਲੀ ਦੀਆਂ 3 ਆਊਟਲੈਟਸ ਖਾਸ ਤੌਰ ਦੇ ਉੱਤੇ ਜਿਹੜਾ ਅਸੀਂ ਸਿੰਘੂ ਬਾਰਡਰ ਦੇ ਉੱਤੇ ਦੇਖਦੇ ਹਾਂ, ਟਿਕਰੀ ਬਾਰਡਰ ਦੇ ਉੱਤੇ ਦੇਖਦੇ ਹਾਂ, ਗਾਜ਼ੀਪੁਰ ਵਾਲੇ ਬਾਰਡਰ ਤੇ ਦੇਖਦੇ ਹਾਂ। ਹੁਣ ਪਹਿਲੀ ਵਾਰ ਹੈ ਕਿ ਇਹ ਫੋਕਸ ਸ਼ਿਫਟ ਹੋ ਕੇ ਸੈਂਟਰਲ ਯੂਪੀ ਵੱਲ ਗਿਆ। ਲਖੀਮਪੁਰ ਜ਼ਿਲ੍ਹਾ ਹੈ ਔਰ ਇਸ ਜ਼ਿਲ੍ਹੇ ਦੀ ਹੱਦ ਬਿਲਕੁਲ ਨੇਪਾਲ ਦੇ ਨਾਲ ਲੱਗਦੀ ਹੈ। ਇਸ ਦਾ ਕਿਉਂਕਿ ਖਬਰ ਕੀ ਹੈ, ਕੀ ਵਾਪਰਿਆ, ਇਹ ਤਾਂ ਹੁਣ ਸੋਸ਼ਲ ਮੀਡੀਆ, ਓਵਰਆਲ ਮੀਡੀਆ, ਯੂਟਿਊਬਰਸ ਰਾਹੀਂ ਹਰ ਇੱਕ ਨੂੰ ਪਤਾ ਹੈ, ਉਹਦੀ ਵੀ ਅਸੀਂ ਗੱਲ ਕਰਾਂਗੇ। ਪਰ ਮੇਰਾ ਇਹ ਯਤਨ ਹੁੰਦਾ ਹੈ ਕਿ ਉਹਨਾਂ ਪਾਰਟਸ ਵੱਲ ਦੇਖਣਾ ਕਿ ਜਿਨ੍ਹਾਂ ਦੇ ਉੱਤੇ ਆਮ ਨਜ਼ਰ ਨਹੀਂ ਜਾਂਦੀ, ਉਹਦੇ ਕੀ ਕਨਸੀਕੁਐਂਸਿਸ ਹੋਣਗੇ ਭਾਰਤ ਦੀ ਹਕੂਮਤ ਲਈ, ਕਿਸ ਕਦਰ ਇਹ ਗੁੰਡਾਗਰਦੀ ਦੇ ਉੱਤੇ ਹੁਣ ਸਿੱਧਾ RSS ਦਾ ਏਜੰਡਾ ਸਿੱਖਾਂ ਨੂੰ ਟਾਰਗੇਟ ਕਰਨ ਦਾ। ਪਰ ਇਸ ਸਭ ਵੱਲ ਜਾਣ ਤੋਂ ਪਹਿਲਾਂ ਹਾਲਾਂਕਿ ਬਹੁਤ ਇੱਕ ਦੁਖਦਾਈ ਮੰਜ਼ਰ ਸੀ ਔਰ ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਭਾਈ ਕੀ ਹੋਇਆ, ਐਂਡ ਉਹਦਾ ਫਿਰ ਕਿਵੇਂ। ਜੇ ਅਸੀਂ 26 ਜਨਵਰੀ ਦੀਆਂ ਘਟਨਾਵਾਂ ਪੀਕ ਸੀ, ਲਗਭਗ ਪੰਜਾਬ ਤੋਂ ਚੱਲੀ ਮੂਵਮੈਂਟ ਜਿਹੜੀ ਕਿ 2020 ਜੂਨ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਆਰਡੀਨੈਂਸ ਲਿਆਂਦੇ ਜਾਂਦੇ ਨੇ, ਪਰ 26 ਜਨਵਰੀ ਉਹਦਾ ਐਂਟਾਈ ਕਲਾਈਮੈਕਸ ਸੀ, ਕਿਉਂਕਿ ਜਿਉਂ ਹੀ ਯੂਥ ਨੇ ਆਪਣੀ ਸਾਰੀ ਤਾਕਤ ਦਿਖਾਈ, ਲਾਲ ਕਿਲ੍ਹੇ ਦੀ ਫਸੀਲ ਤੇ ਉੱਤੇ ਕੇਸਰੀ ਝੰਡਾ ਝੁਲਦਾ ਹੈ ਤੇ ਇੱਕਦਮ ਜਿਹੜਾ ਇੱਕ ਖੌਫ ਦੇ ਵਿੱਚ ਭਾਰਤੀ ਹਕੂਮਤ ਔਰ ਪੰਜਾਬ ਦੀ ਜਵਾਨੀ ਦੀ ਚੜ੍ਹਤ, ਔਰ ਕਿਵੇਂ ਕਿਸਾਨ ਲੀਡਰਸ਼ਿਪ ਨੇ ਯੂ ਟਰਨ ਮਾਰਿਆ, ਕਿਵੇਂ ਆਪਣੀ ਵਿਕਟਰੀ ਨੂੰ ਡਿਫੀਟ ਵਿੱਚ ਬਦਲਿਆ, ਉਹਦਾ ਨਤੀਜਾ ਹੈ ਕਿ 11 ਰਾਊਂਡ ਗੱਲਬਾਤ ਦੇ 26 ਜਨਵਰੀ ਤੋਂ ਪਹਿਲਾਂ ਹੋਏ। ਹੁਣ ਤੱਕ ਇਹਨਾਂ ਦੇ ਤਰਲੇ ਕਰਨ ਦੇ ਬਾਵਜੂਦ ਵੀ ਕੋਈ ਉਹਨਾਂ ਵੱਲੋਂ ਜਿਹੜਾ ਉਹ ਇਨਵੀਟੇਸ਼ਨ ਨਹੀਂ ਆਇਆ ਕਿ ਆਓ ਗੱਲਬਾਤ ਅੱਗੇ ਤੋਰੀਏ। ਇਸੇ ਤਰ੍ਹਾਂ ਜਦੋਂ ਇਹ ਘਟਨਾ ਵਾਪਰਦੀ ਹੈ ਤੇ ਨਜ਼ਰਾਂ ਸਭ ਦੀਆਂ ਲੱਗੀਆਂ ਹੋਈਆਂ ਸੀ, ਜਦੋਂ ਖੂਨ ਡੁੱਲਦਾ ਕਿਤੇ ਔਰ ਉਸ ਦੀ ਜਵਾਬਦੇਹੀ ਹੁੰਦੀ ਹੈ। ਔਰ ਇਹ ਘਟਨਾ ਵਾਪਰਨ ਤੋਂ ਬਿਲਕੁਲ ਇਮੀਡੀਏਟ ਬਾਅਦ ਤੱਕ ਇਹ ਲੱਗਦਾ ਸੀ ਕਿ ਭਾਰਤ ਸਾਰਾ ਯੂਪੀ ਸਟੇਟ ਔਰ ਦੂਜੀ ਜਿਹੜੀ ਹੈ ਉਹ ਥਰ-ਥਰ ਕੰਬ ਰਹੀ ਸੀ। ਬੀਜੇਪੀ ਦੀ ਲੀਡਰਸ਼ਿਪ ਵੀ ਜਿਹੜੀ ਹੈ ਉਹ ਬਿਲਕੁਲ ਖੌਫਜ਼ਦਾ ਸੀ ਕਿ ਭਾਈ ਇਹ ਨਾਲ ਕਿਵੇਂ ਨਿਬੜਨਾ। ਔਰ ਜੋ 26 ਜਨਵਰੀ ਦੀਆਂ ਘਟਨਾਵਾਂ ਦਾ ਅੰਜਾਮ ਸੀ, ਠੀਕ ਉਵੇਂ ਹੀ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਜਿੱਤੀ ਬਾਜ਼ੀ ਹਾਰਨ ਵਾਲੀ ਗੱਲ। ਤੇ ਹੁਣ ਜਦੋਂ ਇੱਕ ਹੋਰ ਮੌਕਾ ਹੱਥ ਦੇ ਵਿੱਚ ਆਇਆ ਜਿੱਥੇ ਕਿ ਜੇ ਸਿੱਧੀ ਮੰਗ ਇਹ ਰੱਖੀ ਜਾਂਦੀ ਕਿ ਭਾਈ ਇਹ ਕਿਸਾਨ ਕਾਨੂੰਨ ਵਾਪਸ ਲਓ, ਅਦਰਵਾਈਜ਼ ਇਹ ਅਸੀਂ ਜਿਹੜਾ ਉਹ ਸਾਰੇ ਭਾਰਤ ਭਰ ਦੇ ਵਿੱਚ ਜਿਹੜਾ ਹੁਣ ਅਸੀਂ ਸੜਕਾਂ ਤੇ ਨਿਕਲਾਂਗੇ, ਤੇ ਸ਼ਾਇਦ ਜਿਹੜਾ ਇਹਦੇ ਨਤੀਜੇ ਹੋਰ ਹੁੰਦੇ। ਪਰ ਉਹੀ ਸਮਝੌਤਾ 40 ਲੱਖ 45 ਲੱਖ ਦਾ ਇਹ ਇੱਕ ਜਿਹੜਾ $50,000 ਅਮਰੀਕਾ ਦਾ ਬਣਦਾ, ਇਹ ਇੱਕ ਜ਼ਿੰਦਗੀ ਦੀ ਕੀਮਤ ਪਾਈ, ਉਹਦੀ ਗੱਲ ਅਸੀਂ ਕਰਾਂਗੇ। ਪਰ ਪਹਿਲਾਂ ਕਿਉਂਕਿ ਕਈ ਵਾਰ ਬਾਅਦ ਦੇ ਵਿੱਚ ਰਹਿ ਜਾਂਦਾ ਹੈ, ਸਪਾਂਸਰ ਕਰਨ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੀਰ ਸੁਖਵਿੰਦਰ ਸਿੰਘ ਪਿਆਰੇ ਸਿੰਘ ਨੇ, ਰੱਬ ਨਾਲ ਜੁੜੇ ਹੋਏ ਔਰ ਮੌਜੂਦਾ ਹਾਲਾਤ ਨੂੰ ਵੀ ਸਮਝਦੇ ਨੇ, ਕੌਮ ਦੇ ਨਾਲ ਜਿਹੜੀ ਕਮਿਟਮੈਂਟ ਹੈ ਉਹ ਵੀ ਮੁਕੰਮਲ ਹੈ। ਔਰ TV 84 ਦੇ ਹਵਾਲੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਉਹ ਇਹ ਮਹਿਸੂਸ ਕਰਦੇ ਨੇ ਕਿ ਜਦੋਂ ਤੱਕ ਅਸੀਂ ਆਪਣਾ ਨੈਰੇਟਿਵ ਵੱਧ ਤੋਂ ਵੱਧ ਆਪਣੇ ਲੋਕਾਂ ਤੱਕ ਨਹੀਂ ਪਹੁੰਚਾਉਂਦੇ, ਜਿਹੜਾ ਵਿਰੋਧੀਆਂ ਦਾ ਪ੍ਰੋਪੇਗੈਂਡਾ ਹੈ, ਉਹ ਸਿੱਖੀ ਵੈਲਿਊਜ਼
ਨੂੰ ਛੁਟਿਆਉਣ ਦਾ ਹੋਏ, ਬਿਲਕੁਲ ਉਹ ਸਾਡੇ ਸਿਆਸੀ ਏਜੰਡੇ ਨੂੰ ਜਿਹੜਾ ਉਹ ਗੰਦਿਆਣ ਦਾ ਹੋਏ ਜਾਂ ਸਿੱਖ ਕੌਮ ਨੂੰ ਭੰਬਲ ਭੂਸੇ 'ਚ ਫਸਾਉਣ ਦਾ ਹੋਏ, ਉਸ ਦਾ ਇੱਕੋ ਇੱਕ ਜਵਾਬ ਜਿਹੜਾ ਹੈ ਉਹ ਮੀਡੀਆ ਰਾਹੀਂ ਦਿੱਤਾ ਜਾ ਸਕਦਾ ਹੈ। ਔਰ ਅਸੀਂ ਜਦੋਂ ਸਿਐਟਲ ਫੇਰੀ ਦੇ ਉੱਤੇ ਗਏ, ਵੀਰ ਸੁਖਵਿੰਦਰ ਸਿੰਘ ਮਿਲਣ ਵੀ ਆਏ ਔਰ ਹਮੇਸ਼ਾ ਹੀ ਉਹ ਇੱਕ ਬੜੇ ਚੰਗੇ ਵੀਰ ਨੇ, ਚੰਗਾ ਉਹਨਾਂ ਦਾ ਲੋਕਲ ਕਮਿਊਨਿਟੀ ਦੇ ਵਿੱਚ ਵੀ ਜਿੱਥੇ ਵੀ ਕੋਈ ਦੁੱਖ ਸੁੱਖ ਹਰ ਦਾ ਹੁੰਦਾ ਹੈ ਉਸ ਦੇ ਵਿੱਚ ਸਾਥੀ ਸਹਿਯੋਗੀ ਹੁੰਦੇ ਨੇ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਅਸੀਂ 2 ਤੇ 3 ਅਕਤੂਬਰ ਨੂੰ ਕੀ ਵਾਪਰਦਾ ਹੈ ਇਹ ਇਸ ਦਾ ਇੱਕ ਜਿਹੜਾ ਸਿਨੋਪਸਿਸ ਜਾਂ ਬਰਡ ਆਈ ਵਿਊ ਪਹਿਲਾਂ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਲੀਡਰਸ਼ਿਪ ਵੀ ਜਿਹੜੀ ਹੁਣ ਤੱਕ ਇਸ ਗੱਲ ਦੇ ਉੱਤੇ ਹੀ ਆਮਦਾ ਰਹੀ ਜਦੋਂ ਵੀ ਇਹ ਹੋਇਆ ਕਿ ਜੀ ਅਸੀਂ ਸ਼ਾਂਤਮਈ, ਅਸੀਂ ਪੀਸਫੁਲ, ਅਸੀਂ ਨਿਸ਼ਾਨ ਸਾਹਿਬ ਵੀ ਨਹੀਂ, ਜਕਾਰਾ ਵੀ ਨਾ ਹੋਏ, ਕੋਈ ਹੋਰ ਵੀ ਨਾ ਹੋਏ, ਚਲੋ ਅਸੀਂ ਇਸ ਸਾਰਿਆਂ ਨੂੰ ਮੰਨਦੇ ਹਾਂ ਵੀ ਕੋਈ ਗੱਲ ਨਹੀਂ ਹੈ, ਸਾਡੇ ਧਰਤੀ ਦੇ ਪੁੱਤਰ ਪੁੱਤਰੀਆਂ ਨੇ, ਅਲਟੀਮੇਟਲੀ ਤਿੰਨਾਂ ਕਾਨੂੰਨਾਂ ਦਾ ਖਤਮ ਹੋਣਾ ਇਹੀ ਸਾਡਾ ਪਹਿਲਾ ਇੱਕ ਸਟੈਪ ਹੋ ਸਕਦਾ ਹੈ ਆਪਣੀ ਅਲਟੀਮੇਟ ਮੰਜ਼ਿਲ ਵੱਲ। ਔਰ ਇਹ ਵੀ ਸਾਨੂੰ ਪਤਾ ਹੈ ਵੀ ਸਾਰੇ ਚੋਂ ਇੰਨੀ ਫਰਸਟ੍ਰੇਸ਼ਨ ਨਿਕਲਣੀ ਹੈ ਜਿਹੜੀ ਕਿ ਨਿਕਲ ਰਹੀ ਹੈ ਲਗਾਤਾਰਤਾ ਦੇ ਨਾਲ ਕਿ ਜਿਹੜੀ ਕੌਮ ਇਸ ਸਾਰੇ ਨੂੰ ਲੀਡ ਕਰ ਰਹੀ ਹੈ। ਔਰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਭਾਈ ਇਹ ਵਾਕਿਆ ਜਦੋਂ ਦਾ ਇਹ ਸਾਰਾ ਚੱਲਿਆ ਹੈ, ਜੇ 700 ਤੋਂ 900 ਤੱਕ ਜਿਹੜੀਆਂ ਕੁਰਬਾਨੀਆਂ ਦੀ ਗੱਲ ਹੁੰਦੀ ਹੈ, ਵੀ ਇਹਨਾਂ ਚੋਂ 96% ਸਿੱਖ ਹੀ ਕਿਉਂ ਨੇ? ਇਹ ਸਵਾਲ ਕੁਦਰਤੀ ਪੁੱਛਿਆ ਜਾਂਦਾ ਹੈ ਕਿ ਭਾਈ ਭਾਰਤ ਦੀ ਆਬਾਦੀ ਜਿਹੜੀ ਹੈ ਉਹ 1 ਬਿਲੀਅਨ 350 ਮਿਲੀਅਨ ਹੈ। ਔਰ ਜਦੋਂ ਪਿਛਲੇ ਦਿਨਾਂ 'ਚ ਵੌਇਸ ਆਫ ਸਾਊਥ ਏਸ਼ੀਆ ਦੇ ਨਾਲ ਸਾਡਾ ਇੰਟਰਵਿਊ ਸੀ ਔਰ ਉਸ ਇੰਟਰਵਿਊ ਨੂੰ ਵੀਕਐਂਡ ਦੇ ਉੱਤੇ ਅਪਲੋਡ ਕੀਤਾ ਗਿਆ, ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ, 26-27 ਮਿੰਟ ਦਾ ਇੰਟਰਵਿਊ ਸੀ। ਤਾਂ ਉਹਦੇ 'ਚ ਇੱਕ ਸਵਾਲ ਇਹ ਸੀ ਕਿ ਭਾਰਤ ਦੀ ਮਈਸ਼ਤ ਜਾਂ ਇਕਨੋਮੀ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਖੇਤੀਬਾੜੀ ਤੇ ਨਿਰਭਰ ਕਰਦੇ ਨੇ। ਔਰ ਮੈਂ ਇਹ ਕਿਹਾ ਸੀ ਕਿ ਵੀ ਜੇ ਅਸੀਂ ਇੱਕ ਜਨਰਲ ਜਿਹਾ ਡਾਟਾ ਜਾਂ ਦੇਖੀਏ ਤੇ 65% ਲੋਕ ਭਾਰਤ ਦੇ ਵਿੱਚ ਜਿਨ੍ਹਾਂ ਦਾ ਦਾਰਮਦਾਰ ਖੇਤੀਬਾੜੀ ਤੇ ਹੈ। ਇੱਕ ਉਹਨਾਂ ਚੋਂ ਨੇ ਜਿਹੜੇ ਤਾਂ ਬਿਲਕੁਲ ਖੇਤੀਬਾੜੀ ਤੇ ਨੇ, ਪਰ ਕੁਛ ਉਹ ਵੀ ਨੇ ਭਾਵੇਂ ਦੂਸਰੇ ਵੀ ਕੋਈ ਕੰਮ ਧੰਦੇ ਕਰਦੇ ਹੋਣ, ਪਰ ਉਹਨਾਂ ਦਾ ਜਿਹੜਾ ਗੁਜ਼ਾਰਾ ਹੈ ਉਹ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ। ਔਰ ਇੰਨਾ ਵੱਡਾ ਸੈਕਟਰ 65% ਜਿਹੜਾ ਤੁਹਾਡਾ ਉਸ ਸਾਰੀ ਇਕਨੋਮੀ ਦੇ ਵਿੱਚ ਜਾਂ 65% ਤੋਂ ਅੰਦਾਜ਼ਾ ਲਾਓ ਕਿ ਵੀ ਜੇ ਤੁਸੀਂ 1 ਬਿਲੀਅਨ 350 ਮਿਲੀਅਨ ਆਬਾਦੀ ਕਹਿੰਦੇ ਹੋ ਤਾਂ ਲਗਭਗ 700-800 ਮਿਲੀਅਨ ਲੋਕਾਂ ਦਾ ਦਾਰਮਦਾਰ ਉੱਥੇ ਚਲਾ ਜਾਂਦਾ ਹੈ। ਪਰ ਫਿਰ ਐਸਾ ਹੀ ਕਿਉਂ ਹੈ ਕਿ ਸਿਰਫ 30 ਮਿਲੀਅਨ ਸਿੱਖ ਜਿਹੜੇ ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਨੇ, ਉਹਨਾਂ ਚੋਂ ਹੀ 95-96% ਕੁਰਬਾਨੀਆਂ ਹੋ ਰਹੀਆਂ ਨੇ। ਬਿਲਕੁਲ ਉਹੀ ਪੰਜਾਬ ਤੋਂ ਜਾ ਕੇ ਜਾਂ ਹਰਿਆਣੇ ਦੇ ਵੀ ਉਹੀ ਬੈਲਟ ਜਿੱਥੇ ਸਿੱਖ ਫਾਰਮਰਸ ਨੇ। ਔਰ ਹੁਣ ਵੀ ਜੇ 4 ਸ਼ਹਾਦਤਾਂ ਲਖੀਮਪੁਰ ਖੀਰੀ ਦੇ ਵਿੱਚ ਹੋਈਆਂ ਨੇ ਕਿਸਾਨਾਂ ਦੀਆਂ, ਚਾਰੋਂ ਸਿੱਖ ਨੇ। ਔਰ ਉਹਨਾਂ ਦੀ ਜੇ ਤੁਸੀਂ ਈਵਨ ਉਮਰਾਂ ਦੇਖਦੇ ਹੋ ਔਰ ਉਹਨਾਂ ਦੇ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਰਿਲੀਜ਼ ਨੂੰ ਵੀ ਮੈਂ ਆਧਾਰ ਬਣਾ ਰਿਹਾ ਕਿ ਉਹਦੇ ਵਿੱਚ ਲਵਪ੍ਰੀਤ ਸਿੰਘ ਜਿਹੜਾ 20 ਸਾਲਾਂ ਦਾ ਗੱਭਰੂ ਹੈ ਔਰ ਉਹਨਾਂ ਦੀ ਅੱਜ BBC ਨੇ ਉਹਨਾਂ ਦੇ ਪਰਿਵਾਰ ਦੀ ਦਿੱਤੀ ਵੀਡੀਓ ਛੋਟੀ, ਉਹਦੀ ਭੈਣ ਜਿਹੜੀ ਰੋ ਰਹੀ ਹੈ, ਉਹ ਕਹਿ ਰਹੀ ਹੈ ਮੇਰਾ ਵੀਰ ਤਾਂ ਸੰਤ ਸੀ, ਅਜੇ ਉਹਨੇ ਹਾਈ ਸਕੂਲ ਪਾਸ ਕੀਤਾ ਸੀ। ਮੈਂ ਔਰ ਤੁਸੀਂ ਉਹ ਦੇਖ ਨਹੀਂ ਸਕਦੇ ਜਿਸ ਕਿਸਮ ਦਾ ਇੰਨਾ ਕੋ ਵੈਰਾਗ ਹੁੰਦਾ ਹੈ। ਹੁਣ 20 ਸਾਲਾਂ ਦਾ ਗੱਭਰੂ ਸੋਹਣਾ ਲਵਪ੍ਰੀਤ ਸਿੰਘ ਇਸ BJP ਗੁੰਡਾਗਰਦੀ ਦੀ ਭੇਟ ਚੜਿਆ। ਦਲਜੀਤ ਸਿੰਘ 35 ਸਾਲਾਂ ਦੇ ਨੇ ਔਰ ਉਹਨਾਂ ਦਾ ਦਲਜੀਤ ਸਿੰਘ ਉਹਨਾਂ ਦਾ ਬੇਟਾ 14-15 ਸਾਲ ਦਾ ਹੋਏਗਾ, ਉਹਨੂੰ ਉਹ ਲਲਨ ਟੌਪ ਇੱਕ ਹੈ ਉਹ ਇੰਟਰਵਿਊ ਕਰ ਰਿਹਾ। ਉਹਦੀਆਂ ਅੱਖਾਂ ਚੋਂ ਜਿਹੜਾ ਤੁਹਾਨੂੰ ਉਹਨੇ ਇੱਕ ਵਾਰ ਵੀ ਬੱਚੇ ਨੇ ਅੱਖ ਚਮਕਾਈ ਨਹੀਂ ਹੈ, ਜਿਵੇਂ ਰੋ ਕੇ ਅਥਰੂ ਜਿਹੜੇ ਨੇ ਉਹ ਸੁੱਕੇ ਹੋਏ ਨੇ। ਔਰ ਉਹ ਇਹ ਕਹਿੰਦਾ ਕਿ ਮੈਂ ਆਪਣੇ ਡੈਡੀ ਦੇ ਨਾਲ ਹੀ ਸਾਈਡ ਤੇ ਸੀ ਜਦੋਂ ਕਿ ਗੱਡੀ ਮੇਰੀ ਡੈਡੀ ਨੂੰ ਰੋਂਦ ਕੇ ਨਿਕਲ ਗਈ ਔਰ ਮੈਂ ਸਾਈਡ ਦੇ ਉੱਤੇ ਜਿਹੜਾ ਡਿੱਗਿਆ, ਮੈਨੂੰ ਥੋੜੀ ਜਿਹੀ ਸੱਟ ਲੱਗੀ। ਔਰ ਤੁਸੀਂ ਦੇਖ ਸਕਦੇ ਹੋ ਔਰ ਥੱਲੇ ਜਦੋਂ ਮੈਂ ਕਮੈਂਟ ਵੀ ਦੇਖ ਰਿਹਾ ਸੀ, ਬਹੁਤ ਸਾਰਿਆਂ ਨੇ ਕਿਹਾ, ਕਿਸੇ ਨੇ ਕਿਹਾ ਮੇਰੇ ਪੁੱਤਰ ਦੀ ਏਜ ਦਾ ਕਿਵੇਂ ਆਪਣੇ ਬਾਪ ਤੋਂ ਬਿਨਾ ਕਿਵੇਂ ਉਹਦੀ ਜ਼ਿੰਦਗੀ ਹੋਏਗੀ। ਫਿਰ ਅਸੀਂ ਦੇਖਦੇ ਹਾਂ ਕਿ ਗੁਰਵਿੰਦਰ ਸਿੰਘ 19 ਸਾਲਾਂ ਦਾ, ਤੁਸੀਂ ਤੋਂ ਲਾਓ ਕਿ ਵੀ ਅਜੇ ਤੁਸੀਂ ਜ਼ਿੰਦਗੀ ਦਾ ਉਸ ਚੜ੍ਹਦੀ ਜਵਾਨੀ ਦੇ ਵਿੱਚ ਆ ਕੇ ਜ਼ਿੰਦਗੀ ਨੂੰ ਸ਼ੁਰੂ ਕਰਨ ਵਾਲੇ ਹੋ ਔਰ ਮੌਤ ਜਿਹੜੀ ਹੈ ਤੁਹਾਨੂੰ ਆਪਣੀ ਲੈ ਲੈਂਦੀ ਹੈ। ਔਰ ਇਸ ਦੇ ਨਾਲ ਨਾਲ ਜਿਹੜਾ ਨਛੱਤਰ ਸਿੰਘ ਜਿਨ੍ਹਾਂ ਦੀ ਉਮਰ 60 ਸਾਲ ਦੀ ਹੈ ਉਹਨਾਂ ਦਾ। ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਸਿਰਫ
ਨਾਰਾ ਲਾਉਣ ਲਈ ਰੱਖਿਆ ਹੋਇਆ, ਜੈ ਜਵਾਨ ਜੈ ਕਿਸਾਨ। ਹੁਣ ਇਹ ਜਿਹੜੇ 60 ਸਾਲ ਦੇ ਨੇ ਨਛੱਤਰ ਸਿੰਘ, ਇਹਨਾਂ ਦਾ ਬੇਟਾ ਫੌਜ ਦੇ ਵਿੱਚ ਹੈ ਦੇਖੋ, ਔਰ ਉਹ ਸੀ ਕਿ ਜੀ ਸੰਸਕਾਰ ਕਰਨ ਲਈ ਅਸੀਂ ਵੇਟ ਕਰ ਰਹੇ ਹਾਂ, ਔਰ ਉਹ ਜਦੋਂ ਫੌਜੀ ਆਂਦਾ ਹੈ ਉਹ ਵੀ ਇਹ ਕਿਹੋ ਜਿਹਾ ਮੁਲਕ ਔਰ ਕਿਹੋ ਜਿਹੀ ਇਹ ਹਕੂਮਤ ਇਹਨੇ ਮਾਹੌਲ ਬਣਾਇਆ ਹੈ, ਜਿਹਦਾ ਪਿਓ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਹੋਮ ਮਿਨਿਸਟਰ, ਸਟੇਟ ਮਿਨਿਸਟਰ ਆਫ ਸਟੇਟ, ਡਿਪਟੀ ਹੋਮ ਮਿਨਿਸਟਰ ਦਾ ਮੁੰਡਾ ਗੱਡੀ ਚੜਾ ਕੇ ਮਾਰ ਦਿੰਦਾ ਹੈ। ਹੁਣ ਤੁਸੀਂ ਉਸ ਫੌਜੀ ਬੇਟੇ ਤੋਂ, ਜਿਹੜਾ ਜ਼ਾਹਰ ਹੈ ਚੀਨ ਦੀ ਸਰਹੱਦ ਨਾਲ ਹੀ ਉਹਨੇ ਆਪਣਾ ਡੈਸਟੀਨੇਸ਼ਨ ਡਿਸਕਲੋਜ਼ ਨਹੀਂ ਕੀਤੀ, ਉੱਥੇ ਪੋਸਟਡ ਹੈ, ਉੱਥੋਂ ਆਇਆ ਔਰ ਉਹਦੇ ਕਿਵੇਂ ਉਹ ਲੜੇਗਾ ਉਸ ਮੁਲਕ ਦੇ ਲਈ, ਜਾਂ ਉਹਨੂੰ ਇਹ ਨਹੀਂ ਲੱਗੇਗਾ ਕਿ ਭਾਈ ਮੈਂ ਕਿਹਨਾਂ ਚੋਰਾਂ ਦੇ ਲਈ, ਕਿਹਨਾਂ ਉਹਨਾਂ ਕਾਤਲਾਂ ਦੇ ਲਈ, ਉਹ ਜਿਨ੍ਹਾਂ ਨੇ ਮੇਰੇ ਬਾਪ ਦਾ ਕੋਲਡ ਬਲੱਡਡ ਮਰਡਰ ਕੀਤਾ। ਔਰ ਇਹ ਅੱਜ ਹੀ ਉੱਥੇ ਵੱਡੇ ਵੱਡੇ ਜਿਹੜੇ ਨੇ ਸਾਰੇ ਆਪੋਜੀਸ਼ਨ ਦੇ ਲੀਡਰਸ ਵੀ, ਉਹ ਭਾਵੇਂ ਕਾਂਗਰਸ ਹੋਏ, ਆਰਜੇਡੀ ਹੋਏ, ਮਮਤਾ ਬੈਨਰਜੀ ਹੋਏ, ਸਾਰਿਆਂ ਦਾ ਸੀ ਵੀ ਇੰਨਾ ਤਾਂ ਅੰਗਰੇਜ਼ਾਂ ਦੇ ਰਾਜ 'ਚ ਵੀ ਨਹੀਂ ਹੋਇਆ। ਅੰਗਰੇਜ਼ਾਂ ਨੇ ਗੋਲੀ ਚਲਾਈ, ਜਲਿਆਂਵਾਲਾ ਬਾਗ ਸਾਡੇ ਸਾਹਮਣੇ ਹੈ, ਬੈਟਨ ਚਾਰਜ ਹੁੰਦਾ ਸੀ, ਲਾਠੀ ਚਾਰਜ ਹੋਇਆ, ਘੋੜ ਚੜੀ ਪੁਲਿਸ ਵੀ ਹੁੰਦੀ ਸੀ, ਪਰ ਇਹ ਨਹੀਂ ਹੋਇਆ ਵੀ ਕਿਸੇ ਅੰਗਰੇਜ਼ ਅਫਸਰ ਨੇ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਤੇ ਆ ਕੇ ਕਿਹਾ ਹੋਇਆ ਕਿ ਇਹਨਾਂ ਨੂੰ ਗੱਡੀਆਂ ਦੇ ਥੱਲੇ ਕਰ ਦਿਓ। ਇਸ ਕਿਸਮ ਦੀ ਘਟਨਾ ਪਹਿਲਾਂ ਕਦੇ ਨਹੀਂ ਹੋਈ, ਔਰ ਇਹ ਹੁਣ ਤਾਂ ਇਹਦੇ 'ਚ ਕੋਈ ਸਬੂਤ ਦੀ ਲੋੜ ਹੀ ਨਹੀਂ ਹੈ। ਜਿਹੜੇ ਦੋਨੋਂ, ਕੱਲਾ ਇੱਕ ਇਹ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਹੋਮ ਮਿਨਿਸਟਰ ਹੈ ਔਰ ਉਹ ਨਵਾਂ ਉਹਨੂੰ ਲਾਇਆ, ਔਰ ਦੁੱਖ ਦੀ ਗੱਲ ਇਹ ਹੈ ਕਿ ਇਹ ਹੋਮ ਮਿਨਿਸਟਰ ਉਸੇ ਹਲਕੇ ਨੂੰ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕਰਦਾ, ਅਜੇ ਮਿਸ਼ਰਾ, ਜਿਹੜਾ ਕਿ ਇਸ ਵੇਲੇ ਜਿਹਦਾ ਮੁੰਡਾ ਆਸ਼ੀਸ਼ ਮਿਸ਼ਰਾ ਅਟੈਕ ਕਰ ਰਿਹਾ, ਔਰ ਇਹ ਅਜੇ ਮਿਸ਼ਰਾ ਜਿਹੜਾ ਹੈ ਇਹ 2-3 ਦਿਨ ਪਹਿਲਾਂ, ਕਿਉਂਕਿ ਇਹ ਉੱਥੇ ਹੀ ਕਿਸੇ ਫੰਕਸ਼ਨ ਦੇ ਵਿੱਚ ਆਇਆ ਔਰ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਔਰ ਉਹ ਆਪਣੀ ਵਹੀਕਲ ਚੋਂ ਉਹਦਾ ਸ਼ੀਸ਼ਾ ਥੱਲੇ ਕਰਕੇ ਐ ਕਰਕੇ ਉਹਨਾਂ ਨੂੰ ਜਿਹੜਾ ਉਹ ਡਿਚ ਕਰ ਰਿਹਾ ਹੈ। ਔਰ ਬਾਅਦ ਦੇ ਵਿੱਚ ਜਦੋਂ ਫੰਕਸ਼ਨ 'ਚ ਪਹੁੰਚਦਾ ਹੈ, ਉੱਥੇ ਜਿਹੜੀ ਉਹਦੀ 2-3 ਮਿੰਟ ਦੀ ਵੀਡੀਓ ਹੈ, ਹੁਣ ਤਾਂ ਸਾਰੇ ਹੀ ਚੱਲ ਰਹੀ ਹੈ, ਪਰ ਅਸੀਂ ਫਿਰ ਵੀ ਕਾਪੀਰਾਈਟ ਦਾ ਖਿਆਲ ਰੱਖਦੇ ਹਾਂ ਵੀ ਕੋਈ ਇਹ ਸਾਨੂੰ ਘੜੀਸਣ ਨਾ ਇਸ ਪਾਸੇ। ਔਰ ਉਹਦੇ 'ਚ ਉਹ ਕਹਿ ਰਿਹਾ ਧਮਕਾ ਕੇ, ਇਸੇ ਹਲਕੇ ਨੂੰ, ਲਖੀਮਪੁਰ ਖੀਰੀ ਨੂੰ ਉਹ ਪਾਰਲੀਮੈਂਟ 'ਚ ਰਿਪਰੈਜ਼ੈਂਟ ਕਰਦਾ ਹੈ, ਉਹ ਕਹਿ ਰਿਹਾ ਕਿ ਵੀ ਇਹ ਮੈਂ ਅੱਜ ਭਾਵੇਂ ਮਿਨਿਸਟਰ ਹਾਂ ਜਾਂ MP ਹਾਂ, ਪਰ ਇਹਨਾਂ ਸਭ ਨੂੰ ਪਤਾ ਹੋਣਾ ਚਾਹੀਦਾ ਮੈਂ ਕੌਣ ਹੈ, ਔਰ ਇਹ ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ। ਫਿਰ ਉਹ ਕਹਿ ਰਿਹਾ ਕਿ ਇਹਨਾਂ ਨੂੰ ਅਸੀਂ ਲਖੀਮਪੁਰ ਟੀਰੀ ਤੋਂ ਭੱਜਣ ਤੇ ਮਜਬੂਰ ਕਰ ਦਿਆਂਗੇ। ਹੁਣ ਜ਼ਾਹਿਰ ਹੈ ਵੀ ਇਹ ਜਿਹੜੇ ਸਾਰੇ ਕਿਸਾਨ ਨੇ ਜਿਹੜੇ ਸ਼ਹੀਦ ਹੋਏ ਨੇ, ਚਾਰੋਂ ਹੀ ਸਿੱਖ ਨੇ, ਹੁਣ 2 ਤਾਂ ਉਹਨਾਂ ਦੇ ਵਿੱਚ ਗੱਭਰੂ ਨੇ 19 ਔਰ 20 ਸਾਲ ਦੇ, ਔਰ ਇਹ ਜਿਹੜਾ ਇਹ ਬੈਲਟ ਹੈ ਸੈਂਟਰਲ UP ਦੀ ਜਿਹੜੀ ਨੇਪਾਲ ਦੇ ਨਾਲ ਲੱਗਦੀ ਹੈ, ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ, ਕਿਉਂਕਿ 47 ਤੋਂ ਬਾਅਦ, ਕਿਉਂਕਿ ਇੱਕ ਪਾਸੇ ਅਸੀਂ 47 ਦਾ ਦੁਖਾਂਤ ਜਦੋਂ ਦੀ ਗੱਲ ਕਰਦੇ ਕਿ ਇੱਕ ਪਾਸੇ 40% ਸਿੱਖ ਕੌਮ ਬੇਘਰੀ ਹੁੰਦੀ ਹੈ ਔਰ ਇੱਕ ਪ੍ਰੋਸਪਰਸ ਕਮਿਊਨਿਟੀ ਜਿਹੜੀ ਪ੍ਰੀ-47 ਬੇਸ਼ੱਕ ਆਬਾਦੀ ਪੰਜਾਬ 'ਚ 14 ਤੋਂ 15% ਸੀ ਸਿੱਖਾਂ ਦੀ, ਲੇਕਿਨ ਜਿਹੜੀ ਲੈਂਡ ਹੈ ਪੰਜਾਬ ਦੇ ਵਿੱਚ ਉਹ 35 ਤੋਂ 40% ਜਿਹੜੀ ਹੈ ਉਹਦੀ ਮਲਕੀਅਤ ਸਿੱਖਾਂ ਦੇ ਕੋਲ ਸੀ। ਔਰ ਜਦੋਂ ਅਸੀਂ ਲਾਇਲਪੁਰ, ਮਿੰਟਗੁਮਰੀ ਔਰ ਇਹ ਸਾਰੀਆਂ 12 ਦੀ ਗੱਲ ਕਰਦੇ, ਹੁਣ ਜਦੋਂ ਉਹ ਸਾਰੇ ਉਜੜ ਕੇ ਇੱਧਰ ਆਉਂਦੇ ਨੇ ਤੇ ਇੱਥੇ ਉਹ ਕਹਿੰਦੇ ਨੇ ਜੀ ਇੱਥੇ ਤਾਂ ਜ਼ਮੀਨ ਹੀ ਨਹੀਂ ਹੈ ਤੁਹਾਨੂੰ ਦੇਣ ਲਈ, ਇਸ ਲਈ ਅਸੀਂ ਰੁਪਈਏ ਦੇ ਬਦਲੇ ਚਵਾਨੀ ਦੇਾਂਗੇ। ਮਤਲਬ ਇਹ ਹੈ ਕਿ ਜਿਹਦੀ 100 ਕਿੱਲਾ ਜ਼ਮੀਨ ਸੀ ਉਹਨੂੰ ਸਿਰਫ 25 ਕਿੱਲੇ, ਔਰ 25 ਕਿੱਲੇ ਵੀ ਬਹੁਤ ਹਾਲਤਾਂ ਜੇ ਤਾਂ ਬਾਅਦ ਚ ਚੱਕਬੰਦੀ ਹੋਈ, ਜਿਹਨੂੰ ਮੁਰੱਬਾਬੰਦੀ ਕਹਿੰਦੇ ਨੇ, ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਜਦੋਂ ਕਿ ਇੱਕ ਥਾਂ ਤੇ ਜ਼ਮੀਨ ਇਕੱਠੀ ਹੋਈ। ਅਦਰਵਾਈਜ਼ ਹੁੰਦਾ ਇਹ ਸੀ ਕਿ ਕਿਤੇ ਉਹ ਇੱਕ ਖੁੰਝਾ ਕਿਤੇ ਦਿੱਤਾ ਹੈ, 2 ਮੀਲ ਦੂਰ ਇੱਕ ਟੁਕੜਾ ਹੈ, 1 ਮੀਲ ਇੱਧਰ ਹੈ, ਔਰ ਉਹ ਜਿਹੜਾ ਕਿਸੇ ਨੂੰ ਪਾਣੀ ਲੱਗਦਾ ਹੈ ਕਿਸੇ ਨੂੰ ਨਹੀਂ ਲੱਗਦਾ। ਸੋ ਉਸ ਬਿਲਕੁਲ ਉਜਾੜੇ ਚੋਰ, ਕਿਉਂਕਿ ਲਾਇਲਪੁਰ ਦੀਆਂ ਬਾਰ ਜਾਂ ਮਿੰਟਗੁਮਰੀ ਔਰ ਇਸ ਸਾਰੇ ਦੇ ਵਿੱਚ ਕਾਫੀ ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਸਿੱਖ ਗਏ ਹੋਏ ਸੀ, ਉਹ ਇੱਧਰ ਆਏ, ਉਹਨਾਂ ਨੇ ਦੇਖਿਆ ਕਿ ਵੀ ਇੱਥੇ ਤਾਂ ਜਿਹੜੀ ਹੈ ਉਹ ਬਿਲਕੁਲ ਹੀ ਜ਼ਮੀਨ ਵੀ ਚੌਥਾ ਹਿੱਸਾ ਰਹਿ ਗਈ, ਤੇ ਕੋਈ ਉਦੋਂ ਅਜੇ ਟਿਊਬਵੈਲ ਵਗੈਰਾ ਨਹੀਂ ਸੀ, ਡਿਪੈਂਡੈਂਸ ਪਾਣੀ ਦੇ ਉੱਤੇ ਹੀ ਸੀ। ਉਸ ਪੀਰੀਅਡ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਇਹ ਦੇਖਿਆ ਕਿ ਭਾਈ ਇਹ ਜੇ ਅਸੀਂ ਜਿਹੜਾ ਇਹਨਾਂ ਨੂੰ ਉੱਥੇ ਜੰਗਲਾਂ ਜਾ ਕੇ ਵਾੜ ਦਿਓ, ਉੱਥੇ ਪੈ ਰਹਿਣਗੇ, ਔਰ ਉਹਨਾਂ ਨੇ ਕਿਵੇਂ ਉਹ ਤਰਾਈ ਦਾ ਇਲਾਕਾ ਹੋਏ,
ਉਹ ਇੱਕ ਹਿੱਸਾ ਤਾਂ ਉਹਦਾ ਹੁਣ ਉਹਦੇ ਚ ਉੱਤਰਾਖੰਡ ਚ ਚਲਾ ਗਿਆ, ਜਿਹਨੂੰ ਸ਼ਹੀਦ ਊਧਮ ਸਿੰਘ ਨਗਰ ਕਹਿੰਦੇ ਨੇ, ਬਾਜਪੁਰ ਹੋਏ, ਇਹ ਸਾਰੇ ਪੀਲੀਭੀਤ ਹੋਏ। ਜੇ ਤੁਸੀਂ ਇਹਨਾਂ ਸਾਰੇ ਜ਼ਿਲ੍ਹਿਆਂ 'ਚ ਦੇਖਦੇ ਹੋ ਤੇ ਇੱਥੇ ਸਿੱਖ ਕਿਸਾਨਾਂ ਨੇ ਬੜੀ ਮਿਹਨਤ, ਜੰਗਲ ਸੀ ਬੜੇ ਡੀਪ, ਔਰ ਜਦੋਂ ਪਹਿਲੇ ਜਾ ਕੇ ਉੱਥੇ ਉਹਨਾਂ ਨੇ ਆਬਾਦ ਹੋਣ ਦੀ ਕੋਸ਼ਿਸ਼ ਕੀਤੀ, ਬੜੇ ਖਤਰਨਾਕ ਕਿਸਮ ਦੇ ਜੰਗਲੀ ਸੂਰ ਔਰ ਬਗਿਆੜ ਔਰ ਸਨੇਕ, ਮੱਛਰ, ਔਰ ਉਹਦਾ ਨਤੀਜਾ ਸੀ ਕਿ ਕਈ ਮਰ ਗਏ ਪਹਿਲੀ ਜਨਰੇਸ਼ਨ ਦੇ। ਉਹਨਾਂ ਥਾਵਾਂ ਉਹਨਾਂ ਨੇ ਜੰਗਲ ਕੱਟ ਕੇ ਉਹਨੂੰ ਲੈਵਲ ਕੀਤਾ, ਮਿਹਨਤ ਕੀਤਾ, 10-15 ਸਾਲ ਉਹਨਾਂ ਨੂੰ ਲੱਗੇ। ਉਸ ਤੋਂ ਬਾਅਦ ਕਿਉਂਕਿ ਵਰਜਿਨ ਲੈਂਡ ਸੀਗੀਆਂ, ਉਸ ਤੋਂ ਪਹਿਲਾਂ ਉਹਦੇ ਤੇ ਕੋਈ ਜਿਹੜੇ ਨੇ ਖੇਤੀ ਤਾਂ ਹੋਈ ਨਹੀਂ ਸੀ ਹੋਈ। ਸੋ ਜਿਵੇਂ ਬਾਰਸ ਜਿਹੜੀਆਂ ਨੇ ਜਦੋਂ ਆਬਾਦ ਹੋਈਆਂ, ਪਾਣੀ ਲੱਗਾ, ਨਹਿਰੀ ਸਿਸਟਮ ਗਿਆ, ਤੇ ਉਹ ਵੀ ਵਰਜਿਨ ਲੈਂਡ ਸੀ, ਬਿਲਕੁਲ ਜੰਗਲ। ਬਾਰ ਦਾ ਮਤਲਬ ਹੀ ਜੰਗਲ ਹੁੰਦਾ ਹੈ, ਜੰਗਲ ਕੱਟ ਕੇ। ਸੋ ਉਹਦੇ ਚ ਬਹੁਤ ਜ਼ਿਆਦਾ ਪ੍ਰੋਡਕਸ਼ਨ ਸੀ। ਇਹੀ ਕਾਰਨ ਹੈ ਕਿ ਪ੍ਰੋਸਪੈਰਿਟੀ ਵੀ ਹੋਈ। ਤੇ ਅੰਗਰੇਜ਼ਾਂ ਨੇ ਜਦੋਂ 20ਵੀਂ ਸਦੀ ਦੀ ਬਿਗਨਿੰਗ ਚ ਜਿਹੜੀਆਂ ਕੈਨਾਲ ਕਾਲੋਨੀਜ਼ ਇਹਨਾਂ ਨੂੰ ਕਹਿੰਦੇ ਸੀ, ਨਹਿਰਾਂ ਕੱਢੀਆਂ, ਉਹਨਾਂ ਦੇ ਕੰਢੇ ਆਬਾਦੀਆਂ ਸੀ, ਉਹਦੇ ਤੇ ਟੈਕਸ ਲਾਉਣਾ ਚਾਹਿਆ, ਵਾਧੂ ਟੈਕਸ ਕੇ ਜੀ। ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਨੂੰ ਆਬਾਦ ਕਰੋ, ਔਰ ਇਸ ਦੇ ਉੱਤੇ ਬਾਅਦ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਬਹੁਤ ਪ੍ਰੋਸਪਰਸ ਹੋ ਰਹੇ ਨੇ, ਉਹਨਾਂ ਨੇ ਕਿਹਾ ਜੀ ਯਾਰ ਨਹਿਰੀ ਟੈਕਸ ਦਿਓ ਉਹਨਾਂ ਨੂੰ। ਔਰ ਇਹਦੇ ਤੇ ਫਿਰ ਪੰਜਾਬ 'ਚ ਜਿਹੜੀ ਅੰਗਰੇਜ਼ਾਂ ਦੀ ਰਿਟ ਨੂੰ ਚੈਲੰਜ ਕਰਦੇ ਆ, ਜਿਹੜੀ ਪਹਿਲੀ ਮੂਵਮੈਂਟ 1905-6 ਦੇ ਨੇੜੇ ਤੇੜੇ ਪੰਜਾਬ 'ਚ ਖੜੀ ਹੋਈ, ਉਹ ਸੀ ਪਗੜੀ ਸੰਭਾਲ ਹੋਏ ਜੱਟਾ। ਹੁਣ ਇਹ ਜਿਹਦੇ ਚ ਸਿੱਖ ਕਿਸਾਨ ਹੋਏ, ਜਾਟ ਹੋਏ, ਮੁਸਲਮਾਨ ਹੋਏ, ਕਿਉਂਕਿ ਬਾਹਰ ਦੇ ਵਿੱਚ ਮੁਸਲਮਾਨ ਫਾਰਮਰ ਵੀ ਨਾਲ, ਔਰ ਉਹਨਾਂ ਚੋਂ ਕੁਝ ਜਿਹੜੇ ਸਾਬਕਾ ਫੌਜੀ ਸੀ, ਉਹਨਾਂ ਦੀਆਂ ਜ਼ਮੀਨਾਂ ਵੀ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੇ ਆਬਾਦ ਕੀਤਾ। ਹੁਣ ਇਹ ਜਦੋਂ ਨਾਰਾ ਪੰਜਾਬ ਦੀ ਫਜ਼ਾ ਦੇ ਵਿੱਚ ਗੂੰਜਦਾ ਹੈ, ਔਰ ਇਸ ਮੂਵਮੈਂਟ ਨੂੰ ਲੀਡ ਕਰਨ ਵਾਲੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ, ਜਿਨ੍ਹਾਂ ਨੇ ਫਿਰ ਲੰਬਾ ਵਕਤ ਜਿਹੜਾ ਉਹ ਜਲਾਵਤਨੀ ਦੇ ਵਿੱਚ ਗੁਜ਼ਾਰਿਆ, ਔਰ ਪੰਜਾਬ ਦੇ ਜਿਹੜੇ ਸਾਰੇ ਕਿਸਾਨ ਨੇ ਉਹ ਇਕੱਠੇ ਹੋ ਜਾਂਦੇ ਨੇ ਇੱਕ ਝੰਡੇ ਥੱਲੇ, ਔਰ ਨਤੀਜਾ ਇਹ ਹੁੰਦਾ ਹੈ ਵੀ ਅੰਗਰੇਜ਼ਾਂ ਨੂੰ ਝੁਕਣਾ ਪੈਂਦਾ ਹੈ, ਔਰ ਉਹ ਜਿਹੜਾ ਉਹਨਾਂ ਤੇ ਟੈਕਸ ਲਾ ਕੇ ਉਹ ਵਸੂਲਣਾ ਚਾਹੁੰਦੇ ਸੀ ਕੈਨਾਲ ਕਾਲੋਨੀਜ਼ ਤੋਂ, ਉਹ ਉਹਨਾਂ ਨੂੰ ਵਾਪਸ ਲੈਣਾ ਪਿਆ। ਇਹ ਪਹਿਲੀ ਵਿਕਟਰੀ ਸੀ ਉਸ ਖਿੱਤੇ ਦੇ ਵਿੱਚ। ਔਰ ਉਦੋਂ ਹੀ ਸ਼ਾਇਦ ਬਾਂਕੇ ਨਾਥ ਨਾਂ ਦੇ ਇੱਕ ਸੱਜਣ ਨੇ ਇਹ ਗੀਤ ਲਿਖਿਆ ਸੀ ਕਿ ਪਗੜੀ ਸੰਭਾਲ ਹੋਏ ਜੱਟਾ, ਪਗੜੀ ਸੰਭਾਲ ਹੋਏ, ਲੁੱਟ ਗਿਆ ਮਾਲ ਤੇਰਾ, ਲੁੱਟ ਗਿਆ ਮਾਲ ਹੋਏ। ਹੁਣ ਇਹ ਕਿਸਾਨ ਨੂੰ ਵੰਗਾਰ ਸੀ ਕਿ ਭਾਈ ਤੇਰਾ ਸਭ ਕੁਝ ਲੁੱਟਿਆ ਜਾ ਰਿਹਾ। ਔਰ ਅੱਜ ਜੇ ਅਸੀਂ ਦੇਖੀਏ ਕਿ ਉਦੋਂ ਵੀ ਅੰਗਰੇਜ਼ ਇਨਵਿੰਸੀਬਲ ਸੀ, ਕੋਈ ਉਹਦੇ ਸਾਹਮਣੇ ਕੁਸਕਣ ਵਾਲਾ ਨਹੀਂ ਸੀ, ਤੇ ਪੰਜਾਬ ਦੀ ਧਰਤੀ ਤੇ ਜਾਇਆ ਨਹੀਂ ਇਸ ਪਗੜੀ ਸੰਭਾਲ ਹੋਏ ਜੱਟਾ ਦੇ ਨਾਲ ਉਹਨਾਂ ਦੀ ਰਿਟ ਨੂੰ ਚੈਲੰਜ ਕੀਤਾ ਸੀ। ਤੇ ਹੁਣ ਵੀ ਜਿਸ ਭਾਵੇਂ ਐਕਸਪਲੋਇਟੇਸ਼ਨ ਤਾਂ ਕਿਸਾਨੀ ਦੀ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈ, ਇਹਨਾਂ ਦੇ ਨਹਿਰੂ ਔਰ ਦੂਸਰੇ ਦੇ ਥੱਲੇ ਪੰਜਾਬ ਦੇ ਪਾਣੀਆਂ ਦੀ ਲੁੱਟ, ਮੁਫਤ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ। ਲੇਕਿਨ ਯੂਪੀ ਦੇ ਹਵਾਲੇ ਨਾਲ ਜਿਨ੍ਹਾਂ ਨੇ ਉੱਥੇ ਜਾ ਕੇ ਉਹ ਜ਼ਮੀਨਾਂ ਆਬਾਦ ਕੀਤੀਆਂ, ਹੌਲੀ ਹੌਲੀ ਉਹਨਾਂ ਨੇ ਹੋਰ ਜ਼ਮੀਨ ਬਣਾਉਣੀ ਸ਼ੁਰੂ ਕੀਤੀ। ਜਿਹੜਾ ਜ਼ਾਹਰ ਹੈ ਜ਼ਮੀਨ ਦਾ ਪੰਜਾਬ ਦੀ ਧਰਤੀ ਤੇ ਜਾਇਆ ਨੂੰ ਤਾਂ ਇਹ ਹੈ ਹੀ ਹੈ ਕਿ ਜ਼ਮੀਨ ਨਾਲ ਤਾਂ ਉਹਦੀ ਮੁਹੱਬਤ ਹੈ। ਔਰ ਇਹ ਵੀ ਇੱਕ ਵੱਡਾ ਕਾਰਨ ਰਿਹਾ ਉਹਨਾਂ ਸਾਰਿਆਂ ਦਾ। ਉੱਥੇ ਭਾਵੇਂ ਯੂਪੀ ਦੇ ਵਿੱਚ ਹਕੂਮਤ ਕੋਈ ਬਣਦੀ ਰਹੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਇਹ ਕਿਵੇਂ, ਔਰ ਮੈਨੂੰ ਇੱਕ ਉੱਥੋਂ ਦੇ, ਕਿਉਂਕਿ ਜਿੰਨੇ ਵੀ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਉੱਥੇ ਆਬਾਦ ਨੇ, ਉਹਨਾਂ ਦੀਆਂ ਰਿਸ਼ਤੇਦਾਰੀਆਂ ਇੱਧਰ ਵੀ ਨੇ, ਤੇ ਉਹ ਕਹਿੰਦਾ ਕਿ ਵੀ ਅਸੀਂ ਸ਼ੁਰੂ ਚ ਜਦੋਂ ਗਏ, ਔਰ ਹੁਣ ਉਹ ਕਹਿੰਦਾ ਵੀ ਭਈਆਂ ਨੂੰ ਅਸੀਂ ਉਹਨਾਂ ਨੂੰ ਟਰੈਕਟਰ ਤਾਂ ਬਾਅਦ ਚ ਆਏ, ਪਹਿਲਾਂ ਤਾਂ ਸ਼ੁਰੂ ਉਹਨਾਂ ਨਾਲ ਬਲਦਾਂ ਨਾਲ ਹੀ ਸੀ, ਤੇ ਉਹਨਾਂ ਨੂੰ ਸਿਆੜ ਕੱਢਣੇ ਵੀ ਨਹੀਂ ਸੀ ਆਉਂਦੇ ਪ੍ਰੋਪਰ। ਤੇ ਕਹਿੰਦੇ ਵੀ ਜਦੋਂ ਉਹਨੇ ਇੱਕ ਨੇ ਉਹਨੂੰ ਦਬਕਾ ਮਾਰ ਕੇ ਕਿਹਾ ਭਈਆ ਇਹ ਕੀ ਕਰਤੇ ਹੋ, ਸਿਆੜ ਕਾਢੋ, ਤੇ ਉਹ ਅੱਗੋਂ ਕਹਿੰਦਾ ਕਿ ਸਰਦਾਰ ਜੀ ਅਗਰ ਹमें ਸਿਆੜ ਕਾਢਣਾ ਆਤਾ ਹੋਤਾ ਤਾਂ ਤੁਮ यहाँ ਕਾਏ ਕੋ ਆਤੇ। ਹੁਣ ਇਹ ਜਿਹੜਾ ਅੰਡਰ ਕਰੰਟ ਚੱਲਦਾ ਰਿਹਾ ਲੰਬਾ ਵਕਤ, ਔਰ ਇਹ ਅਸੀਂ ਜਦੋਂ ਊਧਮ ਸਿੰਘ ਨਗਰ ਨੂੰ ਉੱਤਰਾਖੰਡ ਦੇ ਵਿੱਚ ਦਿੱਤਾ, ਔਰ ਉੱਥੇ ਵੀ ਉਹ ਸੂਬੇ ਦਾ ਹਿੱਸਾ ਬਣਾਇਆ, ਔਰ ਇਹ ਕਿਹਾ ਜੀ ਇਹਦੇ ਤੇ ਲੈਂਡ ਸੀਲਿੰਗ ਲੱਗ ਜਾਏਗੀ, ਕਿਉਂਕਿ ਸਿੱਖ ਉੱਥੇ ਖੁਸ਼ਹਾਲ ਨੇ, ਉਹਨਾਂ ਨੇ ਆਪਣੀ ਮਿਹਨਤ ਦੇ ਨਾਲ। ਹੁਣ ਤੀਸਰੀ ਜਨਰੇਸ਼ਨ ਹੈ ਉੱਥੇ, ਔਰ ਮੈਂ ਬਹੁਤ ਦੇ ਇੰਟਰਵਿਊ ਦੇਖ ਰਿਹਾ ਸੀ, ਮੈਂ ਕਿਹਾ ਇਹ ਪੂਰੀ ਹਿੰਦੀ ਵੀ ਭਈਆਂ ਵਾਂਗ ਹੀ ਬੋਲਦੇ ਨੇ, ਹਾਲਾਂਕਿ ਜਦੋਂ ਫਿਰ ਆਪਸ ਗੱਲ ਕਰਦੇ ਨੇ ਪੂਰੀ ਤੁਹਾਨੂੰ ਗੁਰਦਾਸਪੁਰੀ ਪੰਜਾਬੀ ਚ ਬੋਲ ਰਹੇ ਹੁੰਦੇ ਨੇ। ਲੇਕਿਨ ਹੁਣ ਇਹਨਾਂ 'ਚ ਜਿਹੜਾ ਅੰਡਰ ਕਰੰਟ ਚੱਲ ਰਿਹਾ ਉਹ ਤਾਂ ਹੈ ਹੀ ਹੈ। ਹੁਣ ਇਹ ਸਮਝਦੇ ਸੀ ਵੀ ਇਸ ਮੂਵਮੈਂਟ ਨੂੰ ਅਸੀਂ ਸਿਰਫ ਪੰਜਾਬ ਦੇ ਨਾਲ ਜੋੜ ਕੇ, ਸਿੱਖਾਂ ਦੇ ਨਾਲ ਜੋੜ ਕੇ,
ਫਿਰ ਸਿੱਖਾਂ ਨੂੰ ਤੁਸੀਂ ਅੱਤਵਾਦ ਨਾਲ ਜੋੜੋ, ਖਾਲਿਸਤਾਨ ਨਾਲ ਜੋੜੋ, ਖਾਲਿਸਤਾਨ ਨੂੰ ਪਾਕਿਸਤਾਨ ਨਾਲ ਜੋੜੋ, ਪਾਕਿਸਤਾਨ ਨੂੰ ISI ਨਾਲ ਜੋੜੋ। ਜੋ ਇਹਨਾਂ ਦਾ ਵਰਤਾਰਾ 26 ਜਨਵਰੀ ਤੱਕ ਦੀਆਂ ਘਟਨਾਵਾਂ ਦਾ ਰਿਹਾ। ਹੁਣ ਬੇਸ਼ੱਕ ਇੱਕ ਪਾਸੇ ਕਿਸਾਨ ਲੀਡਰਸ਼ਿਪ ਦੀ ਨਾਅਹਲੀਅਤ ਨੇ ਜਿਹੜਾ ਸਿੱਖਾਂ ਦਾ ਦਬਕਾ ਸੀ ਉਸ ਨੂੰ ਮਾਈਨਸ ਕਰ ਦਿੱਤਾ। 26 ਜਨਵਰੀ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਨੂੰ ਆਪਣੀ ਪੰਜਾਬ ਦੀ ਨੌਜਵਾਨੀ ਤੋਂ ਅੱਡ ਕਰ ਲਿਆ, ਇਹ ਕਹਿ ਕੇ ਨਹੀਂ 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 ਅਸੀਂ ਤਾਂ ਜੀ ਤਿਰੰਗੇ 'ਚ ਲਪੇਟ ਕੇ ਜਾਣਾ ਹੈ। ਚਲੋ ਖਾਲਿਸਤਾਨੀ ਜਥੇਬੰਦੀਆਂ ਨੇ, ਸਿੱਖ ਆਰਗੇਨਾਈਜੇਸ਼ਨਸ ਨੇ ਸਿਆਣਪ ਦਾ ਸਬੂਤ ਦਿੰਦਿਆਂ ਇੱਕ ਸਟੈਪ ਬੈਕ ਕਰ ਲਿਆ, ਹਿਮਾਇਤ ਨਹੀਂ ਛੱਡੀ। ਅੱਜ ਵੀ ਬਾਹਰ ਵੀ ਹੁਣ ਮੋਦੀ ਦੀ ਆਮਦ ਦੇ ਵੇਲੇ ਵੀ ਉਹੀ ਤੁਹਾਡਾ ਕੈਡਰ ਹੈ ਜਿਹੜਾ ਕਿਸਾਨਾਂ ਦੇ ਨਾਲ ਵੀ ਖੜਾ ਹੈ ਹਰੇ ਝੰਡੇ ਲੈ ਕੇ, ਉਹੀ ਆ ਕੇ ਉਧਰੋਂ ਤੁਹਾਡਾ ਕੇਸਰੀ ਝੰਡਾ ਵੀ ਫੜ ਲਓ। ਸਾਨੂੰ ਇਹਦੇ ਤੇ ਕੋਈ ਉਹਨਾਂ ਨੂੰ ਹੀ ਇਹ ਕਿਉਂਕਿ ਕਾਮਰੇਡੀ ਕਿਸਮ ਦੇ ਲੋਕਾਂ ਨੇ ਇਹ ਰੱਖਿਆ। ਲੇਕਿਨ ਉਦੋਂ ਵੀ ਜੇ ਇਹ ਦੇਖਿਆ ਜਾਏ ਕਿ ਜੇ ਪੰਜਾਬ ਦੇ ਕਿਸਾਨਾਂ ਦੇ ਲਈ ਟਿਕਰੀ ਬਾਰਡਰ, ਹੁਣ ਜੇ ਟਕੈਤ ਭਰਾ ਜਿਹੜੇ ਨੇ ਉਹ ਇਸ ਸਾਰੇ ਨੂੰ ਲੀਡ ਕਰਦੇ ਨੇ ਤੇ ਵੈਸਟਰਨ ਯੂਪੀ ਦੀ ਜਾਟ ਬੈਲਟ ਦੇ ਵਿੱਚ ਉਹਨਾਂ ਦੇ ਆਪਣੇ ਪਿੰਡਾਂ ਦੇ ਤਾਂ ਜਾਟ ਆਏ ਨਾਲ, ਪਰ ਯੂਪੀ ਚੋਂ ਜੇ ਈਵਨ ਟਿਕਰੀ ਬਾਰਡਰ ਦੇ ਉੱਤੇ ਵੀ ਜਾਂ ਗਾਜ਼ੀਪੁਰ ਦੇ ਉੱਤੇ ਵੀ ਬਹਿਣ ਲਈ ਆਏ, ਗਾਜ਼ੀਪੁਰ ਚ ਖਾਸ ਤੌਰ ਤੇ ਕਿਉਂਕਿ ਟਿਕਰੀ ਦੇ ਉੱਤੇ ਤਾਂ ਉਗਰਾਹਾਂ ਔਰ ਦੂਸਰੇ ਨੇ, ਤੇ ਇਸੇ ਹੀ ਸੈਂਟਰਲ ਯੂਪੀ ਦੇ ਲਖੀਮਪੁਰ ਖੀਰੀ ਦੇ ਕਿਸਾਨ ਆਏ ਸੀ ਜਦੋਂ ਕਿ 26 ਜਨਵਰੀ ਵੇਲੇ ਸਭ ਤੋਂ ਪਹਿਲਾਂ ਦਿੱਲੀ 'ਚ ਐਂਟਰ ਕਰਨ ਵਾਲੇ ਵੀ ਇਹੀ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਬੀਜੇਪੀ ਨੂੰ ਇਹ ਲੱਗਣ ਲੱਗ ਗਿਆ, ਉਹਨਾਂ ਦੇ ਜਿਹੜੇ ਆਕਾ ਨਾਗਪੁਰ 'ਚ ਬੈਠੇ ਨੇ, ਕਿ ਭਾਈ ਇਹ ਜਿਹੜੀ ਸਿੱਖ ਸਪਿਰਿਟ ਹੈ ਇਹ ਤਾਂ ਦੱਬੀ ਜਾਣ ਵਾਲੀ ਨਹੀਂ ਹੈ। ਔਰ ਇਹ ਹੌਲੀ ਸਿੱਖ ਬੈਲਟ ਦੇ ਵਿੱਚ ਇਹ ਮੂਵਮੈਂਟ ਬੜੀ ਤੇਜ਼ੀ ਦੇ ਨਾਲ ਜਾ ਰਹੀ ਹੈ। ਔਰ ਪੰਜਾਬ ਤੋਂ ਬਾਅਦ ਹਰਿਆਣੇ 'ਚ ਅਸੀਂ ਦੇਖਿਆ ਕਿ ਉਹਨੂੰ ਮਨੋਹਰ ਲਾਲ ਖੱਟਰ ਨੂੰ ਵੀ ਜਿਹੜਾ ਲੋਹੇ ਦੇ ਚਣੇ ਚੁਬਾਏ, ਜਿਵੇਂ ਕਲੈਕਟਰ ਨੇ ਆ ਕੇ ਕਿਹਾ ਸੀ ਜੀ ਸਿਰ ਕੁਚਲ ਦਿਓ ਇਹਨਾਂ ਦੇ, ਔਰ ਉਹਨਾਂ ਨੇ ਜਿਵੇਂ ਕਰਨਾਲ ਤੋਂ ਲੈ ਕੇ ਹਰਿਆਣੇ ਭਰ ਦਾ ਘਿਰਾਓ ਕੀਤਾ। ਯੂਪੀ ਦੇ ਵਿੱਚ ਇੱਕ ਸਟੇਜ ਤੇ ਇਹ ਬਿਲਕੁਲ ਉੱਥੋਂ ਗਾਜ਼ੀਪੁਰ ਤੋਂ ਉਹਨੂੰ ਚੁੱਕ ਦੇਣ ਲੱਗੇ ਸੀਗੇ ਸਾਰੇ ਨੂੰ, ਲੇਕਿਨ ਉਦੋਂ ਕੋਈ ਸ਼ੱਕ ਨਹੀਂ ਹੈ ਕਿ ਟਕੈਤ ਭਰਾਵਾਂ ਨੇ ਉਸ ਮਾਹੌਲ ਨੂੰ ਟਿਕਾ ਲਿਆ ਔਰ ਸਿੱਖਾਂ ਦੇ ਵਿੱਚ ਵੀ ਉਹਨਾਂ ਦੀ ਪਪੂਲੈਰਿਟੀ ਹੋਈ। ਹਾਲਾਂਕਿ ਮੈਨੂੰ ਇਹ ਵੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਸੌਦੇਬਾਜ਼ੀ ਵਾਲਾ ਇਨਸਟਿੰਕਟ ਵੀ ਨਾਲ ਦੀ ਨਾਲ ਚੱਲ ਰਿਹਾ, ਔਰ ਮੈਂ ਉਹਦੀ ਗੱਲ ਕਰਾਂਗਾ ਕਿ ਭਾਈ ਇਹ ਵਾਕਿਆ ਹੁਣ ਜਦੋਂ ਤੁਸੀਂ ਕਿਤੇ ਵੀ ਕੋਈ ਮਰਡਰ ਹੁੰਦਾ ਹੈ ਤੇ ਦੋ ਤਰ੍ਹਾਂ ਦੀਆਂ ਟਰਮਸ ਯੂਜ਼ ਹੁੰਦੀਆਂ। ਇੱਕ ਤਾਂ ਹੁੰਦਾ ਹੈ ਕਿ ਵੀ ਔਨ ਦਾ ਸਪੌਟ ਤੁਸੀਂ ਭੜਕੇ, ਕੋਈ ਆਇਆ ਉਹਨੇ ਤੁਹਾਨੂੰ ਧਮਕੀ ਦਿੱਤੀ, ਤੁਸੀਂ ਭੜਕੇ ਤੁਸੀਂ ਮਰਡਰ ਕਰਤਾ, ਬਿਲਕੁਲ। ਜਾਂ ਜਿਹਨੂੰ ਅਸੀਂ ਫॉर ਆਨਰ ਹੁੰਦਾ ਹੈ ਕਿ ਕੋਈ ਬੰਦਾ ਆਇਆ ਉਹਨੇ ਦੇਖਿਆ ਕਿ ਭਾਈ ਕੁਛ ਐਸਾ ਹੋ ਰਿਹਾ ਜਿਹੜਾ ਉਹਦਾ ਆਨਰ ਲੁੱਟਿਆ ਜਾ ਰਿਹਾ, ਉਹਨੇ ਇੱਕਦਮ ਜਿਹੜਾ ਉਹ ਦੇਖ ਕੇ ਉਹਨੇ ਮਰਡਰ ਕਰਤਾ। ਹੁਣ ਜੇ ਤੁਸੀਂ ਜੋ ਕੁਛ ਲਖੀਮਪੁਰ ਖੀਰੀ ਦੇ ਵਿੱਚ ਹੁੰਦਾ ਹੈ, ਜਿਵੇਂ 3 ਵਹੀਕਲਸ ਜਿਨ੍ਹਾਂ ਦੀ ਕਮਾਂਡ ਜਿਹੜਾ ਆਸ਼ੀਸ਼ ਮਿਸ਼ਰਾ ਟੈਣੀ ਜਿਹੜਾ ਕਿ ਲੜਕਾ ਇੰਡੀਅਨ ਗ੍ਰਹਿ ਮੰਤਰੀ ਮਿਨਿਸਟਰ ਆਫ ਸਟੇਟ ਦਾ ਅਜੇ ਮਿਸ਼ਰਾ ਦਾ, ਉਹ 3 ਵਹੀਕਲਸ ਲੈ ਕੇ ਆ ਕੇ ਉਹ ਰੌਂਦਾ ਚਲਾ ਜਾਂਦਾ ਹੈ। ਔਰ ਇਹ ਵੀ ਆਇਆ ਸਾਹਮਣੇ ਕਿ ਉਹ ਫਾਇਰਿੰਗ ਵੀ ਕਰ ਰਿਹਾ ਦੇਖੋ। ਔਰ ਉਸ ਦੇ ਨਾਲ ਖਾਸ ਤੌਰ ਤੇ ਤਜਿੰਦਰ ਸਿੰਘ ਵਿਰਕ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਵੱਡੇ ਆਗੂ ਨੇ, ਉਹ ਸੈਂਟਰਲ ਯੂਪੀ ਲਖੀਮਪੁਰ 'ਚ ਇਸ ਵੇਲੇ ਉਹ ਸੀਰੀਅਸ ਜ਼ਖਮੀ ਹਾਲਤ 'ਚ ਨੇ। ਪਹਿਲਾਂ ਉਹਨਾਂ ਨੂੰ ਬਰੇਲੀ ਹਸਪੀਟਲ ਭੇਜਿਆ, ਹੁਣ ਪਤਾ ਨਹੀਂ ਕਿਹੜੇ 'ਚ ਭੇਜਿਆ, ਉਹਨਾਂ ਦੀ ਹਾਲਤ ਕਾਫੀ ਸੀਰੀਅਸ ਹੈ। ਉਹ ਗੱਡੀ ਫਿਰ ਕੱਢ ਕੇ ਉਹਨਾਂ ਨੂੰ ਰੋਂਦਾ ਹੈ, ਆਪਣੇ ਵੱਲੋਂ ਤਾਂ ਉਹਨੇ ਮਾਰਤਾ ਔਰ ਉਹ ਕਾਫੀ ਕ੍ਰਿਟੀਕਲ ਉਹਨਾਂ ਦੀ ਸਿਚੁਏਸ਼ਨ ਹੈ। ਔਰ ਕੱਲੇ ਹੀ ਨਹੀਂ ਵੀ 4 ਕਿਸਾਨ ਨੇ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ, ਦਰਜਨ ਤੋਂ ਜ਼ਿਆਦਾ ਜ਼ਖਮੀ ਨੇ, ਕਿਉਂਕਿ ਬਿਲਕੁਲ ਜਦੋਂ ਤੁਹਾਡੀ ਇੰਟੈਂਟ ਹੀ ਇਹ ਹੈ ਕਿ ਗੱਡੀਆਂ ਥੱਲੇ ਉਹਨਾਂ ਨੂੰ ਰੋਣ ਦਿਓ। ਔਰ ਇਹਨੂੰ ਜਦੋਂ ਅਸੀਂ ਇਹ ਕਹਿੰਦੇ ਆ ਵੀ ਇਹ ਔਨ ਦਾ ਸਪੌਟ ਕੋਈ ਫੈਸਲਾ ਨਹੀਂ ਸੀ, ਇਹ ਪ੍ਰੀ ਕਨਸੀਵਡ ਸੀ, ਜਿਵੇਂ ਮਰਡਰ ਦੇ ਵਿੱਚ ਹੁੰਦਾ ਹੈ ਕੰਸਪੀਰੇਸੀ ਕਿ ਤੁਸੀਂ ਸਾਜ਼ਿਸ਼ ਕੀਤੀ। ਹੁਣ ਸਾਜ਼ਿਸ਼ ਦੇ ਵਿੱਚ ਮਰਡਰ ਕੇਸਾਂ 'ਚ ਸਾਜ਼ਿਸ਼ ਕਰਨ ਵਾਲਾ ਵੀ ਉਨਾ ਹੀ ਦੋਸ਼ੀ ਹੁੰਦਾ ਜਿਹੜਾ ਐਗਜ਼ੀਕਿਊਟ ਕਰਨ ਵਾਲਾ ਹੁੰਦਾ। ਔਰ ਸਾਜ਼ਿਸ਼ ਕਿਵੇਂ ਕੀਤੀ ਗਈ, ਕਿਉਂਕਿ 4-5 ਦਿਨ ਪਹਿਲਾਂ ਹੀ ਜਿਹੜਾ ਉਹਦੇ ਪਿਓ ਨੂੰ ਜਿਹੜਾ ਅਜੇ ਮਿਸ਼ਰਾ ਨੂੰ ਜਦੋਂ ਕਿ ਕਾਲੇ ਝੰਡੇ ਦਿਖਾਏ ਗਏ, ਉਹ ਉਸ ਇਕੱਠ ਦੇ ਵਿੱਚ ਜਾਂਦਾ ਹੈ ਜਿਹਦੇ 'ਚੋਂ ਸਾਰੇ ਉਹਦੇ ਐਡਮਾਇਰਰ ਬੈਠੇ ਹੋਏ ਨੇ, ਤਾੜੀਆਂ ਵੀ ਮਾਰ ਰਹੇ ਨੇ, ਔਰ ਉਹ ਧਮਕੀ ਦੇ ਰਿਹਾ ਜਿਵੇਂ ਮੈਂ ਕਿਹਾ ਕਿ ਭਾਈ ਅਸੀਂ
ਤੁਹਾਨੂੰ ਸਬਕ ਸਿਖਾਵਾਂਗੇ, ਇੱਥੋਂ ਭਜਾ ਦੇਾਂਗੇ। ਦੇਖੋ ਔਰ ਮੈਂ ਐਮਪੀ ਜਾਂ ਮਿਨਿਸਟਰ ਤਾਂ ਬਾਅਦ ਚ ਬਣਿਆ, ਪਹਿਲਾਂ ਮੈਂ ਕੀ ਹਾਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਯੂਪੀ ਦੇ ਵਿੱਚ ਜੇ ਅਸੀਂ ਗੈਂਗਸਟਰਸ ਦੇਖੀਏ, ਬਹੁਤ ਵਾਰ ਹੁਣ ਮਿਸ਼ਰਾ ਬ੍ਰਾਹਮਣ ਨੇ, ਔਰ ਅਕਸਰ ਜਦੋਂ ਬ੍ਰਾਹਮਣ ਲਫ਼ਜ਼ ਆਉਂਦਾ ਹੈ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਇੱਕ ਡਰਨ ਵਾਲੇ ਔਰ ਦੂਜੇ ਦੀ। ਯੂਪੀ ਦੇ ਵਿੱਚ ਬਹੁਤ ਸਾਰੇ ਗੈਂਗਸਟਰ ਜਿਨ੍ਹਾਂ ਚੋਂ ਇੱਕ ਦਾ ਕੇਸ ਜਿਹਨੂੰ ਫੜ ਕੇ ਬਾਅਦ ਦੇ ਵਿੱਚ ਮਾਰਿਆ ਯੋਗੀ ਨੇ, ਉਹ ਉੱਥੇ ਬ੍ਰਾਹਮਣ ਲੀਡ ਕਰਦੇ ਨੇ ਐਜ਼ ਏ ਗੈਂਗਸਟਰ। ਮੇਬੀ ਉਹਨਾਂ ਕੋਲ ਇਕਨੋਮਿਕਲ ਓਪਰਚੁਨਿਟੀਜ਼ ਨਹੀਂ ਨੇ ਜਾਂ ਕੀ ਰੀਜ਼ਨ ਹੈ, ਲੇਕਿਨ ਇਹ ਵੀ ਇੱਕ ਵੱਡੇ ਗੁੰਡਿਆਂ ਚੋਂ। ਔਰ ਇਹ ਬਹੁਤ ਸਾਰੇ ਬ੍ਰਾਹਮਣ ਗੈਂਗਸਟਰ ਜਿਹੜੇ ਨੇ ਯੋਗੀ ਪੀਰੀਅਡ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੇ ਮਾਰੇ। ਔਰ ਇਲੈਕਸ਼ਨਾਂ ਨੂੰ ਸਾਹਮਣੇ ਰੱਖਦੇ ਆ ਕਿ 2022 ਦੀਆਂ ਚੋਣਾਂ ਆ ਰਹੀਆਂ ਨੇ, ਆਦਿੱਤਿਆਨਾਥ ਯੋਗੀ ਨੇ ਸੈਂਟਰਲ ਯੂਪੀ ਦੇ ਵਿੱਚ ਕੋਈ ਬ੍ਰਾਹਮਣ ਚਿਹਰਾ ਕਿ ਜਿਹੜਾ ਗੈਂਗਸਟਰ ਵੀ ਹੋਏ ਔਰ ਜਿਹੜਾ ਲੱਗੇ ਕਿ ਵੀ ਦੇਖੋ ਬੀਜੇਪੀ ਉਹਨਾਂ ਨੂੰ ਰੀਹੈਬਿਲਿਟੇਟ ਕਰ ਰਹੀ ਹੈ, ਇਹਨੂੰ ਜਿਹੜਾ ਸੈਂਟਰ ਦੇ ਵਿੱਚ ਬਣਾਇਆ ਗਿਆ। ਔਰ ਜਿਹੜਾ ਗੁੰਡਾ ਗੈਂਗਸਟਰ ਹੈ ਉਹਨੂੰ ਹੋਮ ਮਿਨਿਸਟਰੀ ਦਿੱਤੀ ਗਈ, ਮਿਨਿਸਟਰ ਆਫ ਸਟੇਟ ਉਹਦੇ ਥੱਲੇ। ਹੁਣ ਇਹ ਜਿਹੜਾ ਸਿੱਧੀ ਧਮਕੀ ਦੇ ਰਿਹਾ। ਹੁਣ ਜਿਹੜਾ ਉੱਥੇ ਕਿਸਾਨ ਮੋਰਚੇ ਦੀ ਕਾਲ ਸੀ ਕਿ ਬੀਜੇਪੀ ਵਾਲੇ ਜਿੱਥੇ ਵੀ ਜਾਣ ਇਹਨਾਂ ਨੂੰ ਕਾਲੇ ਝੰਡੇ ਦਿਖਾਏ ਜਾਣ, ਹੁਣ ਉਹਦੇ ਹਲਕੇ ਦੇ ਵਿੱਚ ਅਜੇ ਮਿਸ਼ਰੇ ਦੇ ਜਿਹੜਾ ਡਿਪਟੀ ਚੀਫ ਮਿਨਿਸਟਰ ਉਹਨੂੰ ਸੱਦਿਆ ਹੋਇਆ ਸੀ। ਕੋਈ ਦੰਗਲ ਜਾਂ ਕੋਈ ਐਸਾ ਫੰਕਸ਼ਨ ਉਹ ਪਿੰਡ 'ਚ ਕਰਵਾਉਂਦੇ ਨੇ, ਔਰ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਵੀ ਫਲਾਣੇ ਹੈਲੀਪੈਡ ਦੇ ਉੱਤੇ ਉਹਨੇ ਉਤਰਨਾ, ਉਹਨੇ ਹੈਲੀਕਾਪਟਰ 'ਚ ਆਉਣਾ ਸੀ। ਉਹ ਸਵੇਰੇ ਉੱਥੇ ਪਹੁੰਚ ਗਏ, ਉਹਨਾਂ ਨੇ ਕਬਜ਼ਾ ਕਰ ਲਿਆ ਹੈਲੀਪੈਡ ਤੇ। ਉਹਨਾਂ ਨੂੰ ਵੀ ਪੁਲਿਸ ਨੇ ਵਾਇਰਲੈਸ ਕਰਤੀ ਕਿ ਭਾਈ ਵੱਡੀ ਗਿਣਤੀ 'ਚ ਕਿਸਾਨ ਆ ਗਏ ਨੇ, ਔਰ ਉਹਨਾਂ ਨੇ ਬਦਲ ਲਿਆ ਆਪਣਾ ਰਾਊਟ। ਉਹ ਹੈਲੀਕਾਪਟਰ ਰਾਹੀਂ ਨਹੀਂ ਆਇਆ, ਜਿਹੜਾ ਵੀ ਉਹਨੇ ਫੰਕਸ਼ਨ ਕਰਨਾ ਸੀ ਉਹ ਬਾਈ ਆਪਣੇ ਵਹੀਕਲਸ ਦੇ ਚਲੇ ਗਏ। ਹੁਣ ਇਸ ਗੱਲ ਦਾ ਉਹਨੂੰ ਹੋਮ ਮਿਨਿਸਟਰ ਨੂੰ ਲੱਗਾ ਕਿ ਵੀ ਜਿਹੜਾ ਮੇਰੇ ਹਲਕੇ 'ਚ ਇੰਨਾ ਵੱਡਾ ਹੋ ਜਾਏ। ਹੁਣ ਜਿਵੇਂ ਗੁੰਡੇ ਨੂੰ ਹੁੰਦਾ ਵੀ ਮੈਨੂੰ ਆ ਕੇ ਲਲਕਾਰ ਦਿੱਤਾ, ਔਰ ਉੱਥੋਂ ਹੀ ਇਹ ਧਈਆ ਕਰਕੇ ਉੱਥੇ ਉਹਨਾਂ ਦਾ ਫੰਕਸ਼ਨ ਖਤਮ ਹੋ ਗਿਆ। ਇਧਰ ਹੈਲੀਪੈਡ ਵਾਲਾ ਜਦੋਂ ਮੋਰਚਾ ਫਤਿਹ ਹੋ ਗਿਆ ਉੱਥੇ ਉਤਰਿਆ ਹੀ ਨਹੀਂ। ਔਰ ਇਹਨਾਂ ਨੇ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੇ ਆਪਣਿਆਂ ਨੂੰ ਕਿਹਾ ਕਿ ਭਾਈ ਤੁਸੀਂ ਹੁਣ ਘਰਾਂ ਨੂੰ ਜਾਓ, ਆਪਣਾ ਇਸ ਤੋਂ ਨਹੀਂ। ਹਾਂ ਤੁਸੀਂ ਸੜਕ ਤੇ ਜੇ ਤੁਹਾਨੂੰ ਕੋਈ ਵਹੀਕਲ ਵਗੈਰਾ ਬੀਜੇਪੀ ਲੀਡਰਾਂ ਦੀ ਨਜ਼ਰ ਆਏ, ਕਾਲੇ ਝੰਡੇ ਦਿਖਾ ਦੇਣ। ਹੁਣ ਇਹ ਜਿਹੜੀ ਕਰਾਊਡ ਹੈ ਇਹ ਵਾਪਸ ਮੁੜ ਰਹੀ ਹੈ। ਔਰ ਉੱਥੋਂ ਜਿੱਥੇ ਪਿੰਡ ਦੇ ਵਿੱਚ ਉਹਨਾਂ ਦੇ ਉਹ ਦੰਗਲ ਫੰਕਸ਼ਨ ਸੀ ਜਿੱਥੇ ਕਿ ਉਹ ਗਿਆ ਡਿਪਟੀ ਚੀਫ ਮਿਨਿਸਟਰ, ਔਰ ਉਹਦੇ ਤੋਂ ਨਿਕਲ ਕੇ ਇਹ ਇਸੇ ਦਾ ਹੀ ਮੁੰਡਾ ਅਜੇ ਮਿਸ਼ਰੇ ਦਾ ਆਸ਼ੀਸ਼ ਮਿਸ਼ਰਾ ਇਹ 3 ਵਹੀਕਲਸ ਲੈ ਕੇ ਆਂਦਾ ਹੈ। ਔਰ ਮੈਂ ਜਿਵੇਂ ਬਿਆਨ ਕੀਤਾ ਉੱਥੋਂ ਕੁਚਲ ਕੇ ਉਹ ਨਿਕਲ ਜਾਂਦਾ ਹੈ, ਔਰ ਉਹਨੂੰ ਪੁਲਿਸ ਔਰ ਫਾਇਰ ਵੀ ਕਰ ਰਿਹਾ। ਪੁਲਿਸ ਉਸ ਥਾਂ ਮੌਜੂਦ ਹੈ ਔਰ ਉਹ ਇਹ ਕਾਰਾ ਕਰਦਾ। ਔਰ ਫੌਰਨ ਪੁਲਿਸ ਦਾ ਜਿਹੜਾ ਆਫੀਸਰ ਹੈ ਉਹਨੂੰ ਅਲਟੀਮੇਟਲੀ ਆਪਣੀ ਗੱਡੀ ਦੇ ਵਿੱਚ ਸੇਫਲੀ ਕੱਢ ਕੇ ਲੈ ਜਾਂਦਾ। ਔਰ ਜਿਹੜੇ ਕਿਉਂਕਿ 4 ਕਿਸਾਨ ਮਰੇ ਨੇ, 4 ਜਿਹੜੇ ਦੂਸਰੇ ਨੇ, ਔਰ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਕਿ ਜੀ ਇਹ ਸਾਡੇ ਜਿਹੜੇ 3-4 ਸੀ ਉਹ ਗੱਡੀਆਂ ਕਾਬੂ ਆ ਗਈਆਂ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਤਾ। ਹਾਲਾਂਕਿ ਇਸ ਗੱਲ ਦੀ ਜ਼ਿਆਦਾ ਪੋਸੀਬਿਲਿਟੀ ਹੈ ਕਿ ਉਹ ਜਿਹੜੇ ਨੇ ਗੱਡੀ ਉਲਟੀ, ਕਿਉਂਕਿ ਜਦੋਂ ਤੁਸੀਂ ਹੁਣ ਇਸ ਤਰ੍ਹਾਂ ਘੁਮਾ ਰਹੇ ਹੁੰਦੇ ਹੋ ਕਿ ਵੀ ਤੁਸੀਂ ਦੜ ਰਹੇ ਹੋ, ਔਰ ਉਹਦੇ ਥੱਲੇ ਹੀ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨਾਂ ਨੇ ਜਵਾਬੀ ਕਾਰਵਾਈ ਵੀ ਕੀਤੀ ਹੋਗੀ। ਗੱਡੀਆਂ 2-3 ਉਹਨਾਂ ਦੀਆਂ, ਜਿਹੜੀ ਗੱਡੀ ਨੇ ਕਿਸਾਨਾਂ ਨੂੰ ਸ਼ਹੀਦ ਕੀਤਾ ਉਹ ਵੀ ਉਹਨਾਂ ਨੇ ਅੱਗ ਲਾਈ। ਔਰ ਕੁੱਲ ਬੜਾ ਇੱਕ ਉਹਨਾਂ 'ਚ ਜਰਨਲਿਸਟ ਹੈ, 4 ਕਿਸਾਨ ਨੇ, 3 ਜਿਹੜੇ ਨੇ ਉਹ ਬੀਜੇਪੀ ਵਾਲੇ ਕਹਿੰਦੇ ਨੇ ਸਾਡੇ ਬੰਦੇ ਨੇ। ਹੁਣ ਇਹ ਤਾਂ ਇਸ ਦਾ ਇੱਕ ਪਾਰਟ ਹੈ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਬੀਜੇਪੀ ਨੇ ਇਹ ਕੰਸਪਾਇਰ ਕਰ ਲਿਆ, ਉਹਨਾਂ ਨੇ ਦੇਖਿਆ ਕਿ ਭਾਈ ਸਿੱਖਾਂ ਨੂੰ ਸਬਕ ਸਿਖਾਓ, ਇਹ ਉਹਦਾ ਹਿੱਸਾ ਹੈ। ਔਰ ਇਹਨੂੰ ਤੁਸੀਂ ਜਦੋਂ ਦੇਖਦੇ ਹੋ ਕਿ 2 ਸਟੇਟਾਂ ਨੇ ਜਿਹਦੇ 'ਚ ਐਗਰੈਸਿਵ ਕਿਸਮ ਦੇ ਬੀਜੇਪੀ ਦੇ ਜਿਹੜੇ ਚੀਫ ਮਿਨਿਸਟਰ ਉਹ ਸਿੱਧੀ ਨਾਗਪੁਰ ਦੀ ਨੀਤੀ ਲਾਗੂ ਕਰ ਰਹੇ ਨੇ। ਇੱਕ ਆਦਿੱਤਿਆਨਾਥ ਯੋਗੀ ਦਾ ਸੂਬਾ ਯੂਪੀ ਹੈ, ਬਿਲਕੁਲ। ਦੂਸਰਾ ਹਰਿਆਣਾ ਮਨੋਹਰ ਲਾਲ ਖੱਟੜ ਜਿਹੜਾ ਇਹਦੇ ਨਾਲ ਆਰਐਸਐਸ ਦਾ ਪ੍ਰਚਾਰਕ ਸੀ, ਮੋਦੀ ਦੇ ਉੱਤੇ ਥੋਪਿਆ ਹੋਇਆ ਉਹਨੂੰ, ਉਹਦਾ ਲੋਕਲ ਕੋਈ ਪੋਲੀਟੀਕਲ ਬੇਸ ਨਹੀਂ ਸੀ। ਹੁਣ ਮਨੋਹਰ ਲਾਲ ਖੱਟੜ ਵੀ ਜਦੋਂ ਇੱਕ ਪਾਸੇ 3-4 ਦਿਨ ਪਹਿਲਾਂ ਇਹ ਜਿਹੜਾ ਅਜੇ ਮਿਸ਼ਰਾ ਇਹ ਕਹਿ ਰਿਹਾ ਕਿ ਜੀ ਮੈਂ ਸਬਕ ਸਿਖਾਵਾਂਗਾ ਔਰ ਤੁਹਾਨੂੰ ਇੱਥੋਂ ਜਿਹੜਾ ਉਹ ਭਜਾ ਦਿਆਂਗਾ ਇਸ ਸਾਰੇ ਇਲਾਕੇ ਚੋਂ, ਉਦੋਂ ਕਿ ਮਨੋਹਰ ਲਾਲ ਖੱਟੜ ਆਰਐਸਐਸ ਦੇ ਕਿਸਾਨ ਵਿੰਗ ਵਾਲਿਆਂ ਨੂੰ ਇਕੱਠਾ ਕਰਕੇ, ਜਿਹਦੀ ਵੀਡੀਓ ਅਗੇਨ ਵਾਇਰਲ ਹੈ, ਉਹ ਉਹਨਾਂ ਨੂੰ ਕਹਿ ਰਿਹਾ ਕਿ ਵੀ ਤੁਸੀਂ ਆਪਣੇ ਹਰ ਜ਼ਿਲ੍ਹੇ ਦੇ ਵਿੱਚ 700 ਤੋਂ 1000 ਬੰਦਾ ਖੜਾ ਕਰੋ। ਫਿਰ ਉਹ ਇੱਕ ਸੰਸਕ੍ਰਿਤ ਦਾ ਸ਼ਲੋਕ ਬੋਲ ਰਿਹਾ ਕਿ ਵੀ ਹੁਣ ਇਹ ਤਰੀਕਾ ਹੈ। ਫਿਰ ਉਹ ਪੁੱਛਦਾ ਇਹਦਾ ਮਤਲਬ ਕੀ ਹੈ?
कि कोई अंग्रेजी कहता नहीं अंग्रेजी नहीं हिंदी में बताओ, वो फिर हिंदी वाला कहता है कि जैसे को तैसा, कहना हाँ इनको सबक सिखा दो। हुण ये है कि भी बीजेपी ने अल्टीमेटली ये फैसला कर लिया है कि भी इन्हां नूं एक तां इहदे नाल जदों वायलेंस होएगी, जदों वो इस तरह की कार्रवाई करनगे तो ज़ाहिर है जिवें हुण किसानां ने अपने हत्थ भी दिखाए ने, जे 3 बीजेपी दे जिहड़े नाल ही जिहड़े ने वो झटका दित्ते ने, तो ज़ाहिर है कि भी ये उन्होंने हुण दसना भी शुरू कर दिता है कि भी असीं लोग जिन्ने मर्जी किसान लीडरशिप शांति शांति करी जाए बैठ के। दूसरा वो ये भी समझते हैं भी जदों वायलेंस होएगी तो पुलिस नूं, और हुण ये सारे जिहड़ा इलाके दे विच सेंट्रल यूपी च CRPF दियां किन्नियां कंपनियां लिया के ला दित्तियां, दफा 144 लाती, प्रियंका नूं रोक लिया राह दे विच, दूजिਆਂ नूं रोक लिया, पंजाब दा चीफ मिनिस्टर ने अपना डिप्टी चीफ मिनिस्टर और दूसरा हैलीकॉप्टर उतरना सी, उन्होंने कहा नहीं असी उतरन नहीं देना, किसी नूं आण नहीं दिता, ये वो करके। सो मतलब ये है कि भी इन्हां दा आने वाले पीरीयड दे विच ये पार्ट होर भी होएगा। पर हुण मैं कनक्लूजन तो पहला जे मैं फेलियर की गल करां तो फेलियर सब तो वड्डी ये है कि इस घटना ने एक बार इवें लगदा सी कि सारे पासे इस दी अग फैलेगी और सरकार जिहड़ी है उन्हां नूं झुका लिया जाएगा। पर अगेन जिवें मैं कहा कि भी भावें टकैत भरावां नूं लैके बहुत सारिਆਂ नूं जिहड़ा ਉਹ लगदा है कि जी उन्होंने इनू कम्यूनल नहीं बन दिता सिचुएशन नूं, पर इस गल का ध्यान रहे कि ये डील मेकर भी ने और पिछलियां चोणां 2019 वेले जिहड़ा इन्हां ने खुल के जिहड़ा बीजेपी की मदद भी की सी, उसी मुजफ्फरनगर एरिया जिथे मुसलमानों के खिलाफ वायलेंस हुई उहदा भी ये हिस्सा सी। और डैड बॉडीज़ उन्होंने संभाल लियां किसानां ने, उन्होंने कहा जी असीं जदों तक ये मिनिस्टर जिहड़ा है रिजाइन नहीं करता अजय मिश्रा, इहदे मुंडे दे खिलाफ जिहड़ा इहनूं गिरफ्तार नहीं किया जाता, केस नहीं रजिस्टर हुंदा और बाकी मंगां असीं इन्हां दा संस्कार नहीं करना। और ये किसान लीडर पहुंच जांदे ने और उत्थे जिहड़ा कंप्रोमाइज़ स्ट्राइक हुंदा है कि भी सरकार जिहड़े मारे गए ने हर एक दिन 45 लाख रुपया देगी, उन्हां 4 जिहड़े किसान ने उन्हां दे परिवार दे किसी जी नूं उहदी योग्यता मुताबिक नौकरी दित्ती जाएगी और जिहड़े जख्मी ने उन्हां नूं 10 लाख रुपया दिता जाएगा। FIR रजिस्टर होएगी फार्मर्स की शिकायत के उत्ते, वो उन्होंने उधर की किसानों की शिकायत भी कर ली, नाल दी नाल दूजियां दी भी कर ली। वो तो फिर वही हुंदा है कि भी आने वाले पीरीयड च ये किसानों नूं चुक्कणगे कि जी तुसीं 3 बंदे जिन्हां ने मारे वो 20-25 होर जिहड़े ने वो किसान टंगे होणगे। ते नाल उन्होंने कहा जी एक रिटायर हाई कोर्ट जज जिहड़ा है वो इस मामले की पड़ताल करेगा। हुण हाई कोर्ट जज तो योगी नहीं लाना, ਉਹੀ ਪੁਲਿਸ ਜਿਹੜੀ ਉਹਨੂੰ ਸੇਫਲੀ ਕੱਢ ਕੇ ਲੈ ਜਾਂਦੀ ਹੈ, ਜਿਸ ਪੁਲਿਸ ਦੇ ਸਾਹਮਣੇ ਹੁੰਦਾ ਹੈ ਉਹਦੇ ਚੋਂ ਕੀ ਨਿਕਲਣਾ। ਸੋ ਮੈਨੂੰ ਇਹ ਲੱਗਦਾ ਵੀ ਇਸ ਵਾਰ ਫੇਰ ਇਹ ਜਿੱਤੀ ਬਾਜ਼ੀ ਹਾਰੀ ਹੈ। ਜਿਸ ਕਿਸਮ ਦਾ ਮਾਹੌਲ ਬਣ ਗਿਆ ਸੀ ਔਰ ਮੈਂ ਤਾਂ ਸਾਰੀ ਰਾਤ ਜਾਗ ਰਿਹਾ ਸੀ ਜਦੋਂ ਪਿਛਲੀ ਰਾਤ ਸਵੇਰ ਦੇ 3-4 ਵਜੇ ਤੱਕ ਜਦੋਂ ਮੈਂ ਇਹ ਖਬਰ ਦੇਖੀ ਕਿ ਜੀ ਐਗਰੀਮੈਂਟ ਹੈਜ਼ ਬੀਨ ਵੀ ਉਹ ਟਕੈਤ ਬਾਕੀ ਸਾਰੇ ਰੋਕ ਲਏ, ਉਹਨਾਂ ਨੇ ਸਿਰਫ ਉਹਨੂੰ ਟਕੈਤਾਂ ਨੂੰ ਹੀ ਜਾਣ ਦਿੱਤਾ। ਫਿਰ ਇਹ ਹੋਇਆ ਜੀ ਉਹਨਾਂ ਦੀ ਕਮਿਸ਼ਨਰ ਨਾਲ ਗੱਲਬਾਤ ਹੋਈ, हो गया ये मैं क्या भी एक बार फिर जी फाइनेस्ट मूवमेंट सी, क्योंकि इवें ही होंगे जदों तुसी जज्बात दे भड़का दे थले। हुण असीं साका ननकाणा साहब की गल करते हैं कि भाई जिहड़ा वो किवें उन्हें महंत नरैणू उदासी दे गुंडियां ने किन्ने 130 तो ज़्यादा सिखां नूं शहीद किया और अगले दिन 2 दिन बाद आंदा है जी कि जिहड़ा कमिश्नर कंग सी उन्हें चाबियां हवाले, एवें नहीं चाबियां हवाले हुई। अगले दिन शेखूपुरा जिला सारे दे सारे जिहड़े सिख बहुत सारे विरकां दे पिंड ने नाल लगदे, कोई घोड़ियां ते कोई लाठी कोई हथियार लैके हज़ारां दी गिणती दे विच जिहड़े ने वो ननकाणा साहब वाल मार्च करन लग गए। और जदों हज़ारां लोग चार चफेरे आ गए तो हुकूमत घबरा गई। की है उन्हें कंग ने जिहड़ा कमिश्नर सी उन्हें कहा जी उन करतार सिंह झब्बर जथेदार सी उन्हां दा इत्थे रख सुट थले फड़निया नहीं है तेरे तो, इवें कंट्रोल मिले। सो जदों तक ये खौफ ना होए, हुण जे तुसीं 4 दरड़ दिते मार दिते हज़ारां लोग बाहर निकलते बना लेंदे जलियांवाले बाग जिन्ने क बनाने ने, तुसीं कुर्बानी भी करवा रहे हो, 800-900 कुर्बानियां भी हो गई हैं। जिहड़ी फाइनेस्ट मूवमेंट हुंदी है
ਤੁਸੀਂ ਹੁਣ ਉਹ 45 ਲੱਖ ਦਾ ਮਤਲਬ ਹੈ ਕਿ 50,000 ਅਮਰੀਕਨ ਡਾਲਰ ਜਿਹੜਾ ਹੈ ਇਹ ਇੱਕ ਗੱਭਰੂ ਦੀ ਤੁਸੀਂ ਕੀਮਤ ਪਾਈ ਹੈ। ਅੱਗੇ ਤੁਸੀਂ ਅਰਬਾਂ ਰੁਪਈਆ ਤੁਹਾਨੂੰ ਬਾਹਰਲੇ ਸਿੱਖ ਦੇ ਰਹੇ ਨੇ, ਉਹ ਉਹਨਾਂ ਦੇ ਪਰਿਵਾਰਾਂ ਨੂੰ 50 ਲੱਖ ਨਹੀਂ ਸੀ ਦੇ ਸਕਦੇ। ਕਿਉਂ ਨਹੀਂ? ਸੋ ਇਹ ਇੱਕ ਅਫਸੋਸ ਦੀ ਗੱਲ ਹੈ ਕਿ ਵੀ ਬਹੁਤ ਵਾਰ ਅਸੀਂ ਉਹੀ ਸ਼ਾਹ ਮੁਹੰਮਦ ਦੀ ਕੋਟ ਬਾਰ-ਬਾਰ ਆਂਦੀ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਕਤ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।